ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ। ਮੇਰੇ ਨਾਲ ਮੌਜੂਦ ਜਿਹੜੇ ਅੱਜ ਗੈਸਟ ਨੇ ਉਹ ਨੇ ਭਾਰਤੀ ਐਜੂਕੇਸ਼ਨ ਤੋਂ ਪੂਜਾ ਮਹਾਜਨ ਜੀ। ਪਹਿਲੇ ਸਵਾਗਤ ਕਰਦੀ ਉਹਨਾਂ ਦਾ। ਪੂਜਾ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਗੱਲ ਕਰਾਂਗੇ ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਪੜ੍ਹਨ ਦੇ ਲਈ ਆਸਟ੍ਰੇਲੀਆ ਜਾਂ USA। ਇਹ ਦੋਨੋਂ ਟੌਪਿਕਸ ਤੇ ਦੋਨੋਂ ਕੰਟਰੀਜ਼ ਤੇ ਗੱਲ ਹੋਏਗੀ, ਰਿਕੁਆਇਰਮੈਂਟਸ ਬਾਰੇ ਗੱਲ ਹੋਏਗੀ। ਤੁਹਾਡੇ ਮਨ ਦੇ ਵਿੱਚ ਕੋਈ ਵੀ ਡਾਊਟ ਕਨਫਿਊਜ਼ਨ ਹੈ ਉਹਨਾਂ ਨੂੰ ਅਸੀਂ ਆਪਣੇ ਸਵਾਲ ਜ਼ਰੀਏ ਹੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਫਿਰ ਵੀ ਕੁਝ ਰਹਿ ਜਾਂਦਾ ਹੈ ਤਾਂ ਸਿੱਧਾ ਰਾਬਤਾ ਵੀ ਭਾਰਤੀ ਐਜੂਕੇਸ਼ਨ ਦੇ ਨਾਲ, ਉਹਨਾਂ ਦੀ ਟੀਮ ਮੈਂਬਰ, ਉਹਨਾਂ ਦੇ ਟੀਮ ਲੀਡਰ ਭਾਰਤੀ ਐਜੂਕੇਸ਼ਨ ਤੋਂ ਪੂਜਾ ਮਹਾਜਨ ਜੀ ਨਾਲ ਕੀਤਾ ਜਾ ਸਕਦਾ। ਨੰਬਰ ਚੱਲ ਰਹੇ ਨੇ, ਕਾਲ ਕਰਕੇ, ਮੈਸੇਜ ਕਰਕੇ ਜਾਂ ਐਡਰੈਸ ਤੇ ਵਿਜ਼ਿਟ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਸ਼ੁਰੂਆਤ ਐਗਰੀਕਲਚਰ ਪ੍ਰੋਗਰਾਮ, ਜਿਹਨੂੰ ਹਾਰਟੀਕਲਚਰ ਪ੍ਰੋਗਰਾਮ ਵੀ ਅਸੀਂ ਕਹਿ ਸਕਦੇ ਹਾਂ, ਜਿਹੜਾ ਹੈ ਕਾਫੀ ਵਾਰੀ ਡਿਸਕਸ ਤਾਂ ਕੀਤਾ ਗਿਆ, ਪਰ ਉਨਾ ਹੀ ਸਵਾਲ ਵੱਧਦੇ ਜਾ ਰਹੇ ਨੇ ਵੀ ਇਸ ਪ੍ਰੋਗਰਾਮ 'ਚ ਕਿਹੜਾ ਬੱਚਾ ਜਾ ਸਕਦਾ ਹੈ, ਇਹਨੂੰ ਕੀ ਰਿਕੁਆਇਰਮੈਂਟਸ ਰਹਿਣਗੀਆਂ, ਮਾਰਕਸ ਨੂੰ ਲੈ ਕੇ, ਪਾਸਟ ਜਿਹੜੀ ਸਟੱਡੀ ਨੂੰ ਲੈ ਕੇ, ਪਾਸ ਸਬਜੈਕਟਸ ਨੂੰ ਲੈ ਕੇ। ਸੋ ਬਹੁਤ ਜ਼ਿਆਦਾ ਸਵਾਲ ਨੇ। ਕੀ ਕਹਿਣਾ ਪੂਜਾ ਜੀ? ਕਾਉਂਸਲਿੰਗ ਦੇ ਰੂਪ 'ਚ ਸ਼ੁਰੂ ਕਰਦੇ ਹਾਂ ਐਗਰੀਕਲਚਰ ਪ੍ਰੋਗਰਾਮ ਨੂੰ, ਫਿਰ ਹੌਲੀ ਹੌਲੀ ਸਵਾਲ ਦਾ ਸਿਲਸਿਲਾ ਜਾਰੀ ਰੱਖਾਂਗੇ। ਐਗਰੀਕਲਚਰ ਪ੍ਰੋਫਾਈਲ ਦੇ ਵਿੱਚ ਕੋਈ ਵੀ ਸਟੂਡੈਂਟ ਜਾ ਸਕਦਾ ਹੈ ਜਿਹੜਾ ਕਿ ਮਿਨੀਮਮ 10+2 ਪਾਸ ਆਊਟ ਹੋਏ। ਉਸ ਤੋਂ ਬਾਅਦ ਆਇਲਸ ਦੀ, ਜਿੱਦਾਂ ਕਿ ਮੈਂ ਗੱਲ ਕਰਾਂ, ਆਇਲਸ ਵਾਸਤੇ ਕੋਈ ਜ਼ਿਆਦਾ ਵੱਡੀ ਰਿਕੁਆਇਰਮੈਂਟ ਨਹੀਂ ਹੈ। ਸਟੂਡੈਂਟ ਦਾ ਜੇ 5 ਬੈਂਡ ਵੀ ਹੈਗੇ ਹੈ ਤਾਂ ਸਟੂਡੈਂਟ ਅਪਲਾਈ ਕਰ ਸਕਦਾ ਹੈ। ਓਵਰਆਲ 5 ਬੈਂਡ ਦੀ ਰਿਕੁਆਇਰਮੈਂਟ ਹੈ। 4.5 ਬੈਂਡ ਜੇ ਹੈਗੇ ਤਾਂ ਸਟੂਡੈਂਟ ਅਪਲਾਈ ਕਰ ਸਕਦਾ, ਬਟ ਉਹ ਵਿਦ ਐਲੀ ਕੋਰਸ ਜਾਏਗਾ। ਵਿਦਆਊਟ ਐਲੀ ਕੋਰਸ 5 ਬੈਂਡ ਜਿਹੜੀ ਹੈਗੀ ਆ ਉਹ ਰਿਕੁਆਇਰਮੈਂਟ ਹੈਗੀ ਹੈ। ਇਸ ਤੋਂ ਬਾਅਦ ਜਿਹੜਾ ਕੋਰਸ ਹੈਗਾ ਉਹ ਬ੍ਰਿਸਬਨ ਕਾਲਜ ਆਫ ਹਾਰਟੀਕਲਚਰ, ਜਿੱਦਾਂ ਕਿ ਹਾਰਟੀਕਲਚਰ ਦਾ ਕੋਰਸ ਹੈ, ਐਗਰੀਕਲਚਰ ਤੋਂ ਰਿਲੇਟਡ ਹੈਗਾ। ਇਹਦੇ ਵਿੱਚ ਪੰਜਾਬ ਦੇ ਹੀ ਮੋਸਟਲੀ ਸਟੂਡੈਂਟਸ ਨੂੰ ਇਨਵਾਈਟ ਕੀਤਾ ਜਾ ਰਿਹਾ ਹੈ, ਬਿਕੋਜ਼ ਜਿਹੜਾ ਐਗਰੀਕਲਚਰ ਬੈਕਗ੍ਰਾਉਂਡ ਤੋਂ ਫੈਮਲੀਜ਼ ਹੋਣੀਆਂ ਜਾਂ ਜਿਹੜੇ ਬੱਚੇ ਐਗਰੀਕਲਚਰ ਬੈਕਗ੍ਰਾਉਂਡ ਤੋਂ ਹੋਣਗੇ ਉਹ ਜ਼ਿਆਦਾਤਰ ਪੰਜਾਬ ਸਾਈਡ, ਹਰਿਆਣਾ ਸਾਈਡ, ਰਾਜਸਥਾਨ, ਇਹਨਾਂ ਨਾਰਥ ਰੀਜਨ ਨੂੰ ਹੀ ਇਨਵਾਈਟ ਕੀਤਾ ਜਾ ਰਿਹਾ ਹੈ। ਜਦਕਿ ਅਸੀਂ ਦੇਖੀਏ ਜੇ ਬਾਕੀ ਕੋਰਸਿਸ ਵਿੱਚ ਤਾਂ ਅੱਧੇ ਤੋਂ ਜ਼ਿਆਦਾ ਨਾਰਥ ਰੀਜਨ ਬੈਨ ਕਰ ਦਿੱਤਾ ਗਿਆ ਬਿਕੋਜ਼ ਆਫ ਬੈਨ ਰਿਕੁਆਇਰਮੈਂਟ, ਬਿਕੋਜ਼ ਆਫ ਫੇਕ ਡਾਕੂਮੈਂਟੇਸ਼ਨ, ਬਿਕੋਜ਼ ਆਫ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਪੰਜਾਬ ਨਾਰਥ ਰੀਜਨ ਜਿਹੜਾ ਹੈ ਉਹ ਬੈਨ ਕੀਤਾ ਹੋਇਆ ਕਾਫੀ ਕਾਲਜਿਸ ਔਰ ਯੂਨੀਵਰਸਿਟੀਜ਼ ਨੇ। ਬਟ ਇਸ ਕਾਲਜ ਨੇ ਇੱਕ ਕੋਰਸ ਚਲਾ ਕੇ ਉਨੀ ਸਟੂਡੈਂਟਸ ਨੂੰ ਟਾਰਗੇਟ ਕੀਤਾ ਜਿਹੜੇ ਕਿ ਵਾਕਈ ਇਹਨਾਂ ਬੈਕਗ੍ਰਾਉਂਡ ਤੋਂ ਹੋਣ ਵਾਲੇ ਹਨ, ਜਿਨ੍ਹਾਂ ਦਾ ਆਇਲ ਸਕੋਰ ਵੀ ਜ਼ਿਆਦਾ ਜਿਹੜੀ ਰਿਕੁਆਇਰਮੈਂਟ ਇਸੇ ਕਰਕੇ ਨਹੀਂ ਰੱਖੀਗੀ ਕਿਉਂਕਿ ਇਹਨਾਂ ਫੈਮਲੀਜ਼ ਦੇ ਵਿੱਚੋਂ ਜਿਹੜੇ ਬੱਚੇ ਹੋਣੇ ਉਹਨਾਂ ਦੇ ਕਮਿਊਨੀਕੇਸ਼ਨ ਸਕਿੱਲਸ ਵੀ ਜ਼ਿਆਦਾ ਵਧੀਆ ਨਹੀਂ ਹੁੰਦੇ। ਇਹ ਜਦੋਂ ਐਗਰੀਕਲਚਰ ਪ੍ਰੋਗਰਾਮ ਬਾਰੇ ਗੱਲ ਹੋਈ ਹੈ, ਕਾਫੀ ਚੀਜ਼ਾਂ ਜਿਹੜੇ ਦੱਸਿਆ ਬੈਨ ਵੀ ਹੋਈਆਂ ਨੇ ਕਿਉਂਕਿ ਫੇਕ ਡਾਕੂਮੈਂਟੇਸ਼ਨਸ, ਫੇਕ ਇਨਫੋਰਮੇਸ਼ਨਸ ਕਰਕੇ। ਇਹ ਬੱਚਾ ਖੁਦ ਕਰਦਾ ਹੈ ਜਾਂ ਉਹਨੂੰ ਕਰਾਉਣ ਲਈ ਕਿਹਾ ਜਾਂਦਾ ਵੀ ਇਹ ਡਾਕੂਮੈਂਟਸ ਗੈਪ ਪੂਰਾ ਕਰਨੀ ਚਾਹੀਦੇ ਨੇ, ਬਣਵਾ ਲੈ ਜਾਂ ਬਣਾ ਦੇਣੇ ਆ, ਜਾਂ ਇਦਾਂ ਦੀਆਂ ਚੀਜ਼ਾਂ? ਗੈਪ ਜਸਟੀਫਿਕੇਸ਼ਨ ਵਾਸਤੇ ਜਿੱਦਾਂ ਕਿ ਅਸੀਂ ਜੇ ਬੱਚਾ ਸਟੂਡੈਂਟ ਕੋਈ ਹੋਰ ਕੋਰਸ ਕਰਨ ਜਾ ਰਿਹਾ, ਹੋਟਲ ਮੈਨੇਜਮੈਂਟ ਦਾ ਕੋਰਸ ਕਰਨ ਜਾ ਰਿਹਾ, ਬਿਜ਼ਨਸ ਦਾ ਕੋਰਸ ਕਰਨ ਜਾ ਰਿਹਾ, ਜੇਕਰ ਉਹ ਐਗਰੀਕਲਚਰ ਦੇ ਵਿੱਚ ਇਨਵੋਲਵ ਵੀ ਸੀਗਾ ਤਾਂ ਉਹ ਇਹ ਐਕਸਪੀਰੀਅੰਸ ਨਹੀਂ ਦਿਖਾ ਸਕਦਾ। ਉਹਨੂੰ ਕੰਸਲਟੈਂਟ ਗਾਈਡ ਕਰਦਾ ਕਿ ਤੂੰ ਕੁਝ ਨਾ ਕੁਝ ਹੋਰ ਦਿਖਾ, ਜਿਸ ਕਰਕੇ ਜਿਹੜਾ ਸਟੂਡੈਂਟ ਹੈ ਉਹ ਫੇਕ ਡਾਕੂਮੈਂਟੇਸ਼ਨ ਵੱਲ ਮੂਵ ਕਰਦਾ ਹੈ। ਬਟ ਕਿ ਜਦਕਿ ਇਹਦੇ ਵਿੱਚ ਜਿਹੜਾ ਹੈ ਕਲੀਅਰ ਐਂਡ ਡਿਫਾਈਨ ਹੈ, ਜੇਕਰ ਸਟੂਡੈਂਟ ਐਗਰੀਕਲਚਰ ਦੇ ਵਿੱਚ ਵੀ ਕੰਮ ਕਰ ਰਿਹਾ ਸੀ, ਆਪਣੇ ਫੈਮਿਲੀ ਬਿਜ਼ਨਸ 'ਚ ਵੀ ਇਨਵੋਲਵ ਸੀ, ਤਾਂ ਬੱਚਾ ਆਪਣਾ ਐਕਸਪੀਰੀਅੰਸ ਜਿਹੜਾ ਹੈਗਾ ਉਹ ਸ਼ੋ ਕਰ ਸਕਦਾ। ਸੋ ਇੱਕ ਜਿਹੜਾ ਚੀਜ਼ ਹੈਗਾ, ਜਿਹੜਾ ਇੱਕ ਪੁਆਇੰਟ ਦੇ ਉੱਤੇ ਰਿਲੈਕਸੇਸ਼ਨ ਦਿੱਤੀ ਗਈ ਹੈ ਗਵਰਨਮੈਂਟ ਔਰ ਐਮਬੈਸੀ ਔਰ ਕਾਲਜਿਸ ਵੱਲੋਂ, ਇਹ ਸਟੂਡੈਂਟਸ ਨੂੰ ਕਾਫੀ ਐਡਵਾਂਟੇਜ ਦੇ ਰਹੀ ਹੈ ਕਿਉਂਕਿ ਇਸ ਪੁਆਇੰਟ ਦੇ ਉੱਤੇ ਸਟੂਡੈਂਟਸ ਨੂੰ ਫੇਕ ਡਾਕੂਮੈਂਟੇਸ਼ਨ ਵੱਲ ਮੂਵ ਕਰਨਾ ਪੈਂਦਾ ਸੀ ਕਿਉਂਕਿ ਬਾਕੀ ਕੋਰਸਿਸ ਵਾਸਤੇ ਉਹ ਐਗਰੀਕਲਚਰ ਦਾ ਐਕਸਪੀਰੀਅੰਸ ਜਾਂ ਰੈਲੇਵੈਂਟ ਨਹੀਂ ਦਿਖਾ ਪਾਉਂਦੇ ਸੀਗੇ। ਇਹ ਜਿਹੜੀ ਰਿਲੈਕਸੇਸ਼ਨ ਦਿੱਤੀ ਜਾ ਰਹੀ ਹੈ ਗੈਪ ਨੂੰ ਲੈ ਕੇ, ਜੋ ਤੁਸੀਂ ਗੱਲ ਕੀਤੀ ਹੈ, ਬੇਸਿਕਲੀ ਕੀ ਰਹੇਗਾ? ਗੈਪ ਦੀ ਪਰਿਭਾਸ਼ਾ ਕੀ ਰਹੇਗੀ? ਉਹਦੇ 'ਚ ਕੀ ਬੱਚੇ ਨੇ ਕੀਤਾ ਹੋਵੇ ਜਾਂ ਕੁਝ ਵੀ ਨਾ ਕੀਤਾ ਹੋਵੇ? ਨਹੀਂ, ਗੈਪ ਦੀ ਜਿਹੜੀ ਪਰਿਭਾਸ਼ਾ ਹੈ, ਕਿਉਂਕਿ ਦੇਖੋ ਜਿਹੜਾ ਬੱਚਾ ਜੇ ਕਿਸੇ ਹੋਰ ਕੋਰਸ 'ਚ ਜਾ ਰਿਹਾ, ਉਹਨੇ ਐਗਰੀਕਲਚਰ ਕੀਤਾ, ਉਹ ਬੱਚੇ ਨੂੰ ਏਜੰਟ ਕਹਿੰਦਾ ਕਿ ਤੂੰ ਐਗਰੀਕਲਚਰ ਦਾ ਐਕਸਪੀਰੀਅੰਸ ਸ਼ੋ ਨਾ ਕਰ, ਤੂੰ ਕੋਈ ਹੋਰ ਚੀਜ਼ ਸ਼ੋ ਕਰ ਦੇ, ਤੇਰਾ ਵੀਜ਼ਾ ਆ ਜਾਊਗਾ। ਬਟ ਜਦ ਕਿ ਜੋ ਚੀਜ਼ ਬੱਚੇ ਨੇ ਕੀਤੀ ਹੈ ਬੱਚੇ ਦੀ ਉਹ ਸ਼ੋ ਕਰਵਾਓ। ਹੁਣ ਜਦੋਂ ਬੱਚਾ ਕਰ ਹੀ ਐਗਰੀਕਲਚਰ ਦੇ ਵਿੱਚ, ਅੱਧੇ ਤੋਂ ਜ਼ਿਆਦਾ ਪੰਜਾਬ ਦੇ ਜਿਹੜੇ ਬੱਚੇ ਹੈ, ਜੇ ਅਸੀਂ ਦੇਖੀਏ, ਉਹਨਾਂ ਦਾ +2 ਤੋਂ ਬਾਅਦ ਉਹਨਾਂ ਦਾ ਇਹੀ ਹੁੰਦਾ ਕਿ ਆਪਣੇ ਫੈਮਿਲੀ ਬਿਜ਼ਨਸ 'ਚ ਇਨਵੋਲਵ ਹੋ ਜਾਂਦੇ ਆ, ਜਿਸ ਕਰਕੇ ਉਹਨਾਂ ਦਾ ਗੈਪ ਜਿਹੜਾ ਹੌਲੀ ਹੌਲੀ ਵੱਧਦਾ ਜਾਂਦਾ। ਆਇਲਸ ਦੀ ਤਿਆਰੀ ਕਰਦੇ ਰਹਿੰਦੇ ਆ, ਉਹਨਾਂ ਦੇ ਕਮਿਊਨੀਕੇਸ਼ਨ ਸਕਿੱਲ ਇੰਨੇ ਹੁੰਦੇ ਨਹੀਂ, ਆਇਲਸ ਇੰਨੀ ਜਲਦੀ ਇੰਪਰੂਵ ਨਹੀਂ ਕਰ ਪਾਉਂਦਾ ਬੱਚਾ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਸਟੂਡੈਂਟ ਨਹੀਂ ਜਾ ਸਕਦਾ, ਉਹ ਐਗਰੀਕਲਚਰ ਲਾਈਨ ਦੇ ਵਿੱਚ ਵੀ ਕੋਰਸ ਆਪਟ ਕਰਕੇ ਜਾ ਸਕਦਾ ਹੈ। ਹੁਣ ਇਹਦੇ ਵਿੱਚ ਵੀ ਸਟਰੀਮ ਵਾਈਜ਼ ਹੈ, ਜਿੱਦਾਂ ਕਿ ਆਰਟਸ ਹੋ ਗਿਆ, ਕਾਮਰਸ ਹੋ ਗਿਆ, ਮੈਡੀਕਲ, ਨਾਨ ਮੈਡੀਕਲ, ਹਰ ਲਾਈਨ ਦਾ ਸਟੂਡੈਂਟ ਜਿਹੜਾ ਹੈ ਉਹ ਆਪਣੇ ਡਿਪਾਰਟਮੈਂਟ, ਆਪਣੇ ਰਿਲੇਟਿਡ ਜਿਹੜੀ ਫੀਲਡ ਹੈ ਉਹ ਤੋਂ ਰਿਲੇਟਿਡ ਡਿਪਾਰਟਮੈਂਟ ਨੂੰ ਚੂਜ਼ ਕਰ ਸਕਦਾ ਹੈ। ਪ੍ਰੋਡਕਸ਼ਨ, ਮੈਨੂਫੈਕਚਰਿੰਗ, ਕੁਆਲਿਟੀ ਡਿਪਾਰਟਮੈਂਟ ਜਿਹੜਾ ਹੋ ਗਿਆ, ਮਾਰਕੀਟਿੰਗ ਹੋ ਗਿਆ, ਜਿਹੜਾ ਵੀ ਡਿਪਾਰਟਮੈਂਟ ਸਟੂਡੈਂਟ ਨੂੰ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਹੀ ਲੱਗਦਾ, ਉਸ ਸਟੂਡੈਂਟ ਨੂੰ ਅਸੀਂ ਗਾਈਡ ਕਰਕੇ ਉਸ ਕੋਰਸ ਦੇ ਰਿਲੇਟਿਡ ਅਸੀਂ ਸਟੂਡੈਂਟ ਨੂੰ ਭੇਜ ਸਕਦੇ ਹਾਂ। ਆਲਰੇਡੀ ਜਿਨ੍ਹਾਂ ਦੇ ਵੀਜ਼ਾਸ ਆਏ ਨੇ, ਕਿਸ ਤਰ੍ਹਾਂ ਦੀ ਪ੍ਰੋਫਾਈਲ ਸੀਗੀਆਂ ਉਹ?
ਜਿਨ੍ਹਾਂ ਬੱਚਿਆਂ ਦੇ ਅਸੀਂ ਮੈਡੀਕਲਸ ਰਿਸੀਵ ਕੀਤੇ ਹੈ ਉਹਨਾਂ ਸਟੂਡੈਂਟਸ ਦੇ ਪ੍ਰੋਫਾਈਲ ਅੱਛੇ ਸੀਗੇ, ਐਕਸਪੀਰੀਐਂਸਸ ਵੀ ਸੀਗੇ, ਕੁਝ ਦੇ ਗੈਪਸ ਵੀ ਸੀਗੇ। ਸੋ ਜਿਹੜਾ ਓਵਰਆਲ ਰਿਹਾ ਉਹ ਬੇਸਿਕਲੀ ਦੇਖਣ ਨੂੰ ਜੇ ਵੀਜ਼ਾ ਆਫਿਸਰ ਦੇ ਅਕੋਰਡਿੰਗਲੀ ਮੈਂ ਦੇਖਾਂ ਤਾਂ ਹਰ ਫਾਈਲ ਜਿਹੜੀ ਜੈਨੂਇਨ ਐਪਲੀਕੈਂਟ ਜਿਹੜੀ ਜੀਟੀ ਦੀ ਰਿਕੁਆਇਰਮੈਂਟ ਮੀਟ ਕਰ ਰਿਹਾ ਉਹਨਾਂ ਨੇ ਉਨੀ ਹੀ ਸਟੂਡੈਂਟਸ ਨੂੰ ਮੈਡੀਕਲ ਰਿਲੀਜ਼ ਕੀਤੇ ਹੈ। ਜਿੱਥੇ ਮਤਲਬ ਇਹ ਜ਼ਰੂਰੀ ਨਹੀਂ ਹੈ ਵੀ ਸਿਰਫ 573 ਦੇ ਅੰਡਰ ਹੀ ਐਸਵੀਪੀ ਦੇ ਅੰਡਰ ਜੀਟੀ ਦੇਖਿਆ ਜਾਏਗਾ, ਜਿਹੜਾ ਵੀ ਆਸਟ੍ਰੇਲੀਆ ਪੜਨ ਜਾਣਾ ਚਾਹ ਰਿਹਾ ਉਹ ਜੀਟੀ ਦਾ ਕ੍ਰਾਈਟੇਰੀਆ ਫਿਲ ਕਰਦਾ ਹੋਣਾ ਚਾਹੀਦਾ। ਬਿਲਕੁਲ ਜੀਟੀ ਦਾ ਕ੍ਰਾਈਟੇਰੀਆ ਚਾਹੇ ਸਟੂਡੈਂਟ 572 ਸਬ ਕਲਾਸ ਜਾ ਰਿਹਾ ਚਾਹੇ 573 ਜੀਟੀ ਰਿਕੁਆਇਰਮੈਂਟ ਤਾਂ ਸਟੂਡੈਂਟ ਨੇ ਮੈਟ ਕਰਨੀ ਹੀ ਕਰਨੀ ਹੈ। ਇਹਦੇ ਚ ਆਲਰੇਡੀ ਜਿਵੇਂ ਆਰਟਸ ਵਾਲੇ, ਕਾਮਰਸ ਵਾਲੇ, ਕਿਹੜੇ ਬੱਚਿਆਂ ਨੂੰ, ਗੈਪ ਵਾਲਿਆਂ ਨੂੰ ਕਿੱਦਾਂ ਦੇ ਪ੍ਰੋਫਾਈਲਸ ਨੂੰ ਵੀਜ਼ਾ ਮਿਲਿਆ, ਮੈਂ ਤਾਂ ਪੁੱਛਣਾ ਚਾਹੁੰਦਾ ਕਿਉਂਕਿ ਇੱਕ ਨਾਲ ਮਿਲਦੀ ਜਾਂ ਥੋੜਾ ਜਿਹਾ ਆਈਡੀਆ ਹੋ ਜਾਂਦਾ ਪ੍ਰੋਫਾਈਲਸ ਨਾਲ। 2-3 ਸਾਡੇ ਸਪਾਊਸ ਕੇਸਿਸ ਦੇ ਵੀਜ਼ਾ ਰਿਲੀਜ਼ ਹੋਏ ਆ, ਮੈਡੀਕਲਸ ਰਿਲੀਜ਼ ਹੋ ਗਿਆ ਉਹਨਾਂ ਦੇ, ਜਿਨ੍ਹਾਂ ਵਿੱਚੋਂ ਇੱਕ ਨਾਨ ਮੈਡੀਕਲ ਸਟਰੀਮ ਦੇ ਵਿੱਚ ਸਟੂਡੈਂਟ ਸੀਗੀ, ਇੱਕ ਸਾਡਾ ਕਾਮਰਸ ਬੈਕਗ੍ਰਾਉਂਡ ਦਾ ਹੋਇਆ, ਇੱਕ ਆਰਟਸ ਦਾ ਵੀਜ਼ਾ ਰਿਸੀਵ ਹੋਇਆ ਜਿਹੜੇ ਸਪਾਊਸ ਕੇਸਿਸ ਦੇ ਹੋਏ ਆ। ਬਾਕੀ ਜਿਹੜੇ ਸਿੰਗਲ ਕੇਸਿਸ ਦੇ ਹੋਏ ਆ 6-7 ਮੈਡੀਕਲ ਉਹਨਾਂ ਬੱਚਿਆਂ ਦੇ ਵੀ ਇਸ ਮਹੀਨੇ ਸਾਨੂੰ ਰਿਸੀਵ ਹੋ ਗਏ ਹੈਗੇ ਜਿਹੜੇ ਕਿ ਆਰਟਸ ਬੈਕਗ੍ਰਾਉਂਡ ਤੋਂ ਵੀ ਸੀਗੇ, ਕਾਮਰਸ ਤੋਂ ਵੀ ਸੀਗੇ, ਮੈਡੀਕਲ ਨਾਨ ਮੈਡੀਕਲ ਤੋਂ ਵੀ ਸੀਗੇ। ਗੈਪ ਵੀ ਸੀਗਾ, ਇੱਕ ਸਟੂਡੈਂਟ ਦਾ 5.5 ਸਾਲ ਦਾ ਗੈਪ ਸੀਗਾ। 5.5 ਸਾਲ ਦਾ ਗੈਪ ਉਹਨੇ ਜਿਹੜਾ ਆਪਣਾ ਫਿਲ ਕੀਤਾ ਸੀਗਾ, 2 ਇਅਰਸ ਦਾ ਉਹਦੇ ਕੋਲ ਜਿਹੜਾ ਆਪਣਾ ਐਕਸਪੀਰੀਅੰਸ ਸੀਗਾ, ਉਹਨੇ ਐਜ਼ ਅ ਮਾਰਕੀਟਿੰਗ ਜੌਬ ਕੀਤੀ ਸੀ। ਉਸ ਤੋਂ ਬਾਅਦ ਉਹ ਆਪਣੇ ਫੈਮਿਲੀ ਬਿਜ਼ਨਸ ਦੇ ਵਿੱਚ ਉਹਦੇ ਫਾਦਰ ਦੀ ਕੁਝ ਮਿਸਹੈਪਨਿੰਗ ਹੋ ਗਈ ਸੀ ਜਿਸ ਕਰਕੇ ਉਹ ਆਪਣੇ ਫੈਮਿਲੀ ਬਿਜ਼ਨਸ 'ਚ ਇਨਵੋਲਵ ਹੋ ਗਿਆ ਸੀ। ਉਹਨੇ ਉਹੀ ਐਗਰੀਕਲਚਰ ਦਾ ਐਕਸਪੀਰੀਅੰਸ ਲਗਾਇਆ। ਸਾਰੇ ਪ੍ਰੂਫ ਉਹਦੇ ਵੈਰੀਫਾਈ ਹੋਏ, ਇੰਟਰਵਿਊ ਹੋਇਆ ਉਸ ਸਟੂਡੈਂਟ ਦਾ, 22 ਮਿੰਟ ਉਹਦਾ ਇੰਟਰਵਿਊ ਚੱਲਿਆ, ਵੀਜ਼ਾ ਆਫਿਸਰ ਨੇ 22 ਮਿੰਟ ਇੰਟਰਵਿਊ ਲਿੱਤਾ, ਉਸ ਤੋਂ ਬਾਅਦ ਉਹਦਾ ਮੈਡੀਕਲ ਰਿਲੀਜ਼ ਹੋ ਗਿਆ। ਸੋ ਇੱਕ ਜਿਹੜਾ ਇੰਟਰਵਿਊ ਦਾ ਪੁਆਇੰਟ ਦੇ ਉੱਤੇ ਵੀ ਜਿਹੜਾ ਸਟੂਡੈਂਟਸ ਦਾ ਡਰ ਹੁੰਦਾ ਹੈ ਕਿ ਅਸੀਂ ਇੰਟਰਵਿਊ ਜੇ ਆ ਜਾਂਦਾ ਹੈ ਤਾਂ ਵੀਜ਼ਾ ਆਫਿਸਰ ਇਟ ਮੀਨਸ ਵੀਜ਼ਾ ਨਹੀਂ ਦੇਗਾ, ਉਹ ਵੀ ਚੀਜ਼ ਇੱਥੇ ਮੈਂ ਦੇਖੀ ਕਿ ਕਲੀਅਰ ਹੈ। ਸਟੂਡੈਂਟਸ ਨੂੰ ਅਸੀਂ ਜਿੱਦਾਂ ਤਿਆਰੀ ਕਰਾਈ ਸੀਗੀ ਉਹਨੂੰ ਦੱਸਿਆ ਸੀ, ਉਹਨੂੰ ਉਹਦੀ ਫਾਈਲ ਦਾ ਪੂਰਾ ਸਭ ਕੁਝ ਪਤਾ ਸੀਗਾ ਕਿਉਂਕਿ ਉਹਦੇ ਫਾਦਰ ਸਾਹਿਬ ਤਾਂ ਕਦੇ ਆਏ ਨਹੀਂ, ਉਹੀ ਆਪ ਵਿਜ਼ਿਟ ਕਰਦਾ ਸੀ, ਉਹਨੇ ਹੀ ਡਾਕੂਮੈਂਟੇਸ਼ਨ ਕੰਪਲੀਟ ਕਰਾਈ ਹੈ, ਤਾਂ ਸਟੂਡੈਂਟ ਨੂੰ ਸਾਰੀ ਅਵੇਅਰਨੈਸ ਸੀਗੀ ਆਪਣੀ ਫਾਈਲ ਤੋਂ ਰਿਲੇਟਡ। ਸੋ ਇਹ ਚੀਜ਼ਾਂ ਮੈਨੂੰ ਦੇਖੀਆਂ ਜਿਹੜੀਆਂ ਇਹ ਚੀਜ਼ਾਂ ਸਾਨੂੰ ਕਾਫੀ ਪੋਜ਼ਿਟਿਵ ਲੱਗੀਆਂ ਕਿ ਸਟੂਡੈਂਟਸ ਦਾ ਜਿਹੜੇ ਵੀਜ਼ਾ ਸਕਸੈਸ ਰੇਟ ਹੈ ਉਹ ਕਾਫੀ ਅੱਛਾ ਆ ਗਿਆ। ਸਪਾਊਸ ਬੜਾ ਵੱਡਾ ਮੁੱਦਾ, ਤੁਸੀਂ ਦੱਸਿਆ ਵੀ 3 ਆਲਰੇਡੀ ਸਪਾਊਸ ਦੇ ਮੈਡੀਕਲ ਰਿਲੀਜ਼ ਹੋਏ ਨੇ, ਆਰਟਸ ਕਾਮਰਸ ਨਾਲ ਰਿਲੇਟਡ ਵੀ ਨੇ। ਸਪਾਊਸ ਬੇਸਿਕਲੀ ਅੱਜ ਇਹ ਨਹੀਂ ਸਮਝ ਆ ਰਿਹਾ ਵੀ ਮੈਰਿਜ ਪੁਰਾਣੀ ਨਵੀਂ, ਇਹਨੂੰ ਲੈ ਕੇ ਬੜੇ ਕਨਫਿਊਜ਼ਨ ਹੈ ਸਟੂਡੈਂਟ, ਕੀ ਇਹਦੇ ਚ ਰਿਕੁਆਇਰਮੈਂਟ ਹੈਗੀ ਹੈ? ਇਹਦੇ ਚ ਜਿਹੜੀ ਰਿਕੁਆਇਰਮੈਂਟੇਸ਼ਨ ਹੈ ਉਹ ਹੈਗੀ ਹੈ ਡਾਕੂਮੈਂਟੇਸ਼ਨ ਦੀ। ਤੁਹਾਡੀ ਡਾਕੂਮੈਂਟਸ, ਮੈਰਿਜ ਤੁਹਾਡੀ ਜੈਨੂਇਨ ਹੋਣੀ ਚਾਹੀਦੀ ਹੈ, ਉਹ ਚਾਹੇ ਪੁਰਾਣੀ ਹੈ, ਚਾਹੇ 2 ਦਿਨ ਪੁਰਾਣੀ ਹੈ, ਚਾਹੇ 6 ਮਹੀਨੇ ਪੁਰਾਣੀ ਹੈ, ਚਾਹੇ ਸਾਲ ਪੁਰਾਣੀ ਹੈ, ਮੈਰਿਜ ਜੈਨੂਇਨ ਹੋਣੀ ਚਾਹੀਦੀ ਹੈ। ਇਹਦੇ ਵਿੱਚ ਜਿਹੜਾ ਵੀਜ਼ਾ ਆਫਿਸਰ ਇਨਕੁਆਇਰੀ ਕਰਦਾ ਉਹ ਚੀਜ਼ਾਂ ਦੇਖਦਾ ਹੈ ਕਿ ਤੁਸੀਂ ਕਿੰਨੇ ਕੁ ਐਵੀਡੈਂਸ ਪ੍ਰੋਵਾਈਡ ਕਰਵਾਏ ਹੈ ਕਿ ਤੁਹਾਡੇ ਜਿਹੜਾ ਮੈਰਿਜ ਰਿਲੇਸ਼ਨਸ਼ਿਪ ਪ੍ਰੂਫ ਹੈ ਉਹ ਤੁਹਾਡਾ ਸੋਲਿਡ ਹੈ, ਕਿ ਉਹਦੇ ਉੱਤੇ ਕੋਈ ਕੁਐਸਚਨਿੰਗ ਨਹੀਂ ਹੋ ਰਹੀ। ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹਦੇ ਉੱਤੇ ਵਰਕਆਊਟ ਕਰਨ ਦੀ ਲੋੜ ਹੁੰਦੀ ਹੈ, ਜਿੱਦਾਂ ਕਿ ਸਟੂਡੈਂਟ ਦੇ ਇਸ ਵਾਰ ਜਿਹੜਾ ਇੱਕ ਸਪਾਊਸ ਕੇਸ ਹੈ ਉਹਦੇ ਵਿੱਚ ਉਹਦੇ ਹਸਬੈਂਡ ਨੂੰ ਇੰਟਰਵਿਊ ਆਇਆ, ਮੇਨ ਐਪਲੀਕੈਂਟ ਨੂੰ ਕੋਈ ਇੰਟਰਵਿਊ ਨਹੀਂ ਆਇਆ, ਉਹਦੇ ਹਸਬੈਂਡ ਨੂੰ ਇੰਟਰਵਿਊ ਆਇਆ। ਉਹਦੇ ਹਸਬੈਂਡ ਤੋਂ ਉਹਦੀ ਵਾਈਫ ਦੀ ਸਾਰੀ ਇਨਫੋਰਮੇਸ਼ਨ ਲਿੱਤੀ ਗਈ, ਉਹਨੇ ਜਦ ਐਕੂਰੇਟ ਦੇਤੀ ਤਾਂ ਵੀਜ਼ਾ ਆਫਿਸਰ ਸੈਟੀਸਫਾਈਡ, ਉਹਨੇ ਮੈਡੀਕਲ ਰਿਲੀਜ਼ ਕਰਤਾ ਕਿ ਇਹ ਜੈਨੂਇਨ ਐਪਲੀਕੈਂਟ ਹੈ। ਕਿਉਂਕਿ ਕਈ ਵਾਰ ਕੀ ਹੁੰਦਾ ਸਪਾਊਸ ਕੇਸਿਸ ਦੇ ਵਿੱਚ ਮੇਨ ਐਪਲੀਕੈਂਟ ਦੇ ਉੱਤੇ ਫੋਕਸ ਕੀਤਾ ਜਾਂਦਾ, ਜਦਕਿ ਅਸੀਂ ਇਦਾਂ ਨਹੀਂ ਕਰਦੇ, ਅਸੀਂ ਸਪਾਊਸ ਨੂੰ ਵੀ ਨਾਲ ਤਿਆਰੀ ਕਰਾਉਂਦੇ ਹਾਂ। ਇਹਦੇ ਵਿੱਚ ਸਪਾਊਸ ਨੂੰ ਲੈ ਕੇ ਜਦੋਂ ਗੱਲ ਹੁੰਦੀ ਵੀ ਸਪਾਊਸ ਬਰਾਬਰ ਦਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ ਜਾਂ ਉਹਦੀ ਐਜੂਕੇਸ਼ਨ ਪ੍ਰੋਪਰਲੀ ਹੋਣੀ ਚਾਹੀਦੀ ਹੈ, ਏਜ ਵਿੱਚ ਫਰਕ ਜ਼ਿਆਦਾ ਨਹੀਂ ਹੋਣਾ ਚਾਹੀਦਾ, ਇਹ ਵੀ ਚੀਜ਼ਾਂ ਕਾਊਂਟ ਕਰਦੀਆਂ? ਨਹੀਂ, ਸਪਾਊਸ ਦਾ ਸਿਰਫ ਜਿਹੜੀਆਂ ਚੀਜ਼ਾਂ ਵੀਜ਼ਾ ਆਫਿਸਰ ਦੇਖਦਾ ਹੈ ਕਿ ਸਪਾਊਸ ਜੇ ਜਾ ਰਿਹਾ ਹੈ ਤਾਂ ਕੀ ਉਹ ਵਾਪਸ ਆਏਗਾ, ਉਹਦੇ ਕੋਲ ਵੈਲਿਡ ਰੀਜ਼ਨ ਹੈਗੇ ਇੰਡੀਆ ਵਾਪਸ ਆਉਣ ਦੇ ਕਿ ਉਹ ਉੱਥੇ ਹੀ ਰਹਿ ਜਾਏਗਾ। ਸਪਾਊਸ ਦੀ ਇਨਕਮ ਦੇਖੀ ਜਾਂਦੀ ਹੈ, ਸਪਾਊਸ ਦੀ ਕੁਆਲੀਫਿਕੇਸ਼ਨ ਕੋਈ ਮੈਟਰ ਨਹੀਂ ਕਰਦੀ, ਡਿਪੈਂਡ ਕਰਦਾ ਸਪਾਊਸ ਦੀ ਇਨਕਮ ਦੇ ਉੱਤੇ ਕਿ ਸਪਾਊਸ ਫੁੱਲੀ ਖੁਦ ਹੀ ਆਪਣਾ ਇੰਡੀਪੈਂਡੈਂਟ ਹੈਗਾ, ਉਹਦੀ ਇਨਕਮ ਪ੍ਰੂਫ ਕੀ ਹੈ, ਉਹਦੇ ਐਸੈਟਸ ਕਿੰਨੇ ਹੈਗੇ ਹੈ, ਵੀ ਉਹ ਵਾਪਸ ਆਊਗਾ। ਜੇ ਉੱਥੇ ਜਾਂਦਾ ਹੈ ਆਪਣੀ ਵਾਈਫ ਨੂੰ ਸੈਟਲ ਡਾਊਨ ਕਰਨ ਜਾ ਰਿਹਾ, ਆਪ ਉੱਥੋਂ ਵਾਪਸ ਆ ਕੇ ਆਪਣਾ ਇੰਡੀਆ ਦੁਬਾਰਾ ਸੈਟਲ ਡਾਊਨ ਹੋ ਰਿਹਾ ਕਿ ਨਹੀਂ, ਕਿ ਉੱਥੇ ਜਾ ਕੇ ਇਲੀਗਲ ਹੋ ਜਾਏਗਾ ਜਾਂ ਕੁਝ, ਇਹ ਚੀਜ਼ਾਂ ਚੈੱਕ ਹੁੰਦੀਆਂ ਜੀ। ਜਿਹੜੇ ਆਲਰੇਡੀ ਰਿਜੈਕਟਡ ਨੇ ਬੱਚੇ, ਚਾਹੇ ਉਹ ਐਸਵੀਪੀ ਆਸਟ੍ਰੇਲੀਆ ਤੋਂ, ਚਾਹੇ ਨਿਊਜ਼ੀਲੈਂਡ ਤੋਂ, ਚਾਹੇ ਕੈਨੇਡਾ ਤੋਂ ਜਾਂ ਯੂਐਸਏ ਤੋਂ, ਉਹਨਾਂ ਲਈ ਕੀ ਆਪਸ਼ਨ ਹੈ? ਉਹ ਇਹਦੇ ਵਿੱਚ ਸਬ ਕਲਾਸ 572 ਹਾਰਟੀਕਲਚਰ ਚ ਅਪਲਾਈ ਕਰ ਪਾਉਣਗੇ, ਨਹੀਂ ਵੀਜ਼ਾ ਲੈ ਪਾਉਣਗੇ, ਨਹੀਂ, ਕੀ ਕਹਿਣਾ ਉਹਨਾਂ ਬਾਰੇ? ਜਿਹੜੇ ਤਾਂ ਬਾਕੀ ਕੰਟਰੀਜ਼ ਤੋਂ ਰਿਫਿਊਜ਼ ਹੈ, ਜਿਹੜੇ ਕਿ ਆਸਟ੍ਰੇਲੀਆ ਤੋਂ ਐਕਸੈਪਟ
ਕਿਸੇ ਵੀ ਹੋਰ ਕੰਟਰੀ ਤੋਂ ਬੱਚਾ ਰਿਫਿਊਜ਼ ਹੈ ਉਹ ਆਸਟ੍ਰੇਲੀਆ ਜ਼ਰੂਰ ਅਪਲਾਈ ਕਰ ਸਕਦਾ ਹੈ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਇੱਕ ਕੰਟਰੀ ਦੇ ਐਲੀਜੀਬਿਲਿਟੀ ਕ੍ਰਾਈਟੇਰੀਆ ਨੂੰ ਤੁਸੀਂ ਮੈਟ ਨਹੀਂ ਕੀਤਾ ਤਾਂ ਇਹਦਾ ਮਤਲਬ ਹੈ ਕਿ ਸੈਕੰਡ ਕੰਟਰੀ ਦੇ ਵਿੱਚ ਵੀ ਤੁਹਾਡਾ ਜਿਹੜਾ ਕ੍ਰਾਈਟੇਰੀਆ ਉਹ ਤੁਸੀਂ ਐਲੀਜੀਬਿਲਿਟੀ ਨੂੰ ਨਹੀਂ ਮੈਟ ਕਰ ਪਾਓਗੇ। ਡਿਪੈਂਡ ਕਰਦਾ ਹਰ ਕੰਟਰੀ ਦੇ ਉੱਤੇ। ਜਿਹੜੇ ਸਟੂਡੈਂਟ ਆਸਟ੍ਰੇਲੀਆ ਤੋਂ ਰਿਫਿਊਜ਼ ਹੋਏ ਆ ਉਹਨਾਂ ਵਾਸਤੇ ਜਿਹੜੀ ਸਭ ਤੋਂ ਵੱਡੀ ਮੇਨ ਚੀਜ਼ ਹੈ ਕਿ ਕਿਹੜੇ ਗਰਾਊਂਡਸ ਦੇ ਉੱਤੇ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋਇਆ, ਰਿਫਿਊਜ਼ਲ ਲੈਟਰ ਨਾਲ ਲੈ ਕੇ ਆਣ ਤਾਂ ਕਿ ਅਸੀਂ ਉਹਦੇ ਉੱਤੇ ਵਰਕਆਊਟ ਕਰ ਸਕੀਏ, ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਉੱਤੇ ਵਰਕਆਊਟ ਕਰਿਆ ਜਾ ਸਕਦਾ ਹੈ, ਪਰ ਜਿੱਥੇ ਮਿਸਰੈਪ੍ਰੈਜ਼ੈਂਟੇਸ਼ਨ ਆਫ ਡਾਕੂਮੈਂਟੇਸ਼ਨ ਹੁੰਦੀ ਹੈ, ਮਿਸਲੀਡਿੰਗ ਇਨਫੋਰਮੇਸ਼ਨ ਹੁੰਦੀ ਹੈ, ਉੱਥੇ ਕੰਸਲਟੈਂਟ ਵੀ ਕੁਝ ਨਹੀਂ ਕਰ ਸਕਦਾ ਜੀ। ਸੋ ਡਿਪੈਂਡ ਕਰਦਾ ਰਿਜੈਕਸ਼ਨ ਤੇ। ਤੁਹਾਡੀ ਰਿਜੈਕਸ਼ਨ ਕਿਸੇ ਵੀ ਕੰਟਰੀ ਦੀ ਆਈ ਹੈ, ਤੁਸੀਂ ਆਸਟ੍ਰੇਲੀਆ ਸਬ ਕਲਾਸ 572 ਹਾਰਟੀਕਲਚਰ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਭਾਰਤੀ ਐਜੂਕੇਸ਼ਨ ਨਾਲ ਉਹਨਾਂ ਦੇ ਨੰਬਰਾਂ ਜ਼ਰੀਏ ਕਾਲ ਕਰਕੇ ਮੈਸੇਜ ਕਰਕੇ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਅਦਰਵਾਈਜ਼ ਪੂਜਾ ਜੀ ਦੀ ਟੀਮ ਦੇ ਨਾਲ ਉਹਨਾਂ ਦੇ ਆਫਿਸ ਅਪਾਇੰਟਮੈਂਟ ਲੈ ਕੇ ਵੀ ਮਿਲਿਆ ਜਾ ਸਕਦਾ ਹੈ। ਸੋ ਜਿਵੇਂ ਹੁਣ ਕਈਆਂ ਦੇ ਅਗਸਤ ਜਾਂ ਸੈਪਟੈਂਬਰ ਦੇ ਵਿੱਚ ਰਿਜੈਕਟ ਹੋਏ ਨੇ ਜਾਂ ਜੁਲਾਈ ਦੇ ਵਿੱਚ ਹੋਏ ਆ, ਹੁਣ ਉਹ 3 ਮਹੀਨੇ ਅਪਲਾਈ ਨਾ ਕਰਨ, ਕਰ ਲੈਣ, ਕੀ ਉਹਨਾਂ ਨੂੰ ਸਿਸਟਮ ਚਾਹੀਦਾ? ਬੇਸਿਕਲੀ ਉਹ ਸਭ ਤੋਂ ਪਹਿਲਾਂ ਆ ਕੇ ਗਾਈਡੈਂਸ ਲੈਣ, ਅਸੀਂ ਉਹਨਾਂ ਦੀ ਰਿਫਿਊਜ਼ਲ ਲੈਟਰ ਦੇਖ ਕੇ ਉਹਨਾਂ ਨੂੰ ਪ੍ਰੋਪਰ ਗਾਈਡ ਕਰ ਸਕੀਏ, ਕਿਉਂਕਿ ਜੇਕਰ ਤਾਂ ਆਸਟ੍ਰੇਲੀਆ ਦੁਬਾਰਾ ਅਪਲਾਈ ਕਰ ਸਕਦੇ ਆ ਤਦ ਹੀ ਉਹਨਾਂ ਨੂੰ ਵੇਟ ਕਰਾਇਆ ਜਾਏ, ਅਦਰਵਾਈਜ਼ ਉਹਨਾਂ ਦਾ ਕਿਸੇ ਹੋਰ ਕੰਟਰੀ ਅਪਲਾਈ ਕਰਾਇਆ ਜਾਏ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਇੱਕ ਕੰਟਰੀ ਨਹੀਂ ਜਾ ਸਕੇ ਤਾਂ ਤੁਸੀਂ ਦੂਸਰੀ ਕੰਟਰੀ ਨਹੀਂ ਜਾ ਸਕਦੇ। ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਦੇ ਉੱਤੇ, ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਫਾਈਲ ਦੇ ਵਿੱਚ ਅਸੀਂ ਦੁਬਾਰਾ ਅਮੈਂਡ ਨਹੀਂ ਕਰ ਸਕਦੇ, ਚੇਂਜ ਨਹੀਂ ਕਰ ਸਕਦੇ। ਜੇ ਤੁਸੀਂ ਇੱਕ ਵਾਰ ਸ਼ੋ ਕਰ ਦਿੱਤੀ ਗਈ ਹੈ ਤਾਂ ਉਹ ਚੀਜ਼ ਨੂੰ ਅਮੈਂਡ ਕਰਨਾ ਫਿਰ ਤੁਹਾਡੀ ਜਿਹੜੀ ਫਾਈਲ ਹੈ ਉਹਨੂੰ ਖਰਾਬ ਕਰਨਾ ਹੁੰਦਾ ਹੈ ਜੀ। ਹੁਣ ਇਹਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆਉਂਦਾ ਵੀ ਰੈਲੇਵੈਂਸੀ ਹਰ ਕੰਟਰੀ ਦੀ ਅਸੀਂ ਕਹਿੰਦੇ ਹਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਹਰ ਕੋਰਸ ਰੈਲੇਵੈਂਟ ਹੋਣਾ ਚਾਹੀਦਾ, ਬੱਚੇ ਨੂੰ ਸਬਜੈਕਟ ਵਾਈਜ਼ ਰੈਲੇਵੈਂਟ ਕਾਲਜ ਕੋਰਸ ਦੇਖ ਕੇ ਲੈਣਾ ਚਾਹੀਦਾ। ਇਹਦੇ 'ਚ ਬੈਕਗ੍ਰਾਉਂਡ ਕੀ ਚਾਹੀਦੀ ਹੈ, ਸਬਜੈਕਟ ਵਾਈਜ਼ ਰੈਲੇਵੈਂਸੀ ਕਿਵੇਂ ਬਣੇਗੀ ਤੇ ਕਿਹੜਾ ਬੱਚਾ ਇਹਦੇ ਵਿੱਚ ਜਾ ਪਾਏਗਾ? ਬਿਲਕੁਲ ਰੈਲੇਵੈਂਸੀ ਹੋਣੀ ਚਾਹੀਦੀ ਹੈ ਸਟੂਡੈਂਟ ਦੀ, ਕਿਉਂਕਿ ਰੈਲੇਵੈਂਸੀ ਤੋਂ ਹੀ ਸਟੂਡੈਂਟ ਦਾ ਜਿਹੜਾ ਸਕੋਪ ਹੈ ਔਰ ਸਟੂਡੈਂਟ ਦਾ ਜਿਹੜਾ ਫਿਊਚਰ ਹੈ ਉਹ ਡਿਪੈਂਡ ਕਰਦਾ ਹੈ। ਹੁਣ ਸਟੂਡੈਂਟ ਨੇ ਇੱਕ ਜਿਹੜੀ ਚੀਜ਼ ਲਿੱਤੀ ਹੋਈ ਹੈ, ਮੰਨ ਲਓ ਸਟੂਡੈਂਟ ਕਾਮਰਸ ਬੈਕਗ੍ਰਾਉਂਡ ਦਾ ਸੀਗਾ, ਇੱਕਦਮ ਤੋਂ ਇੰਜੀਨੀਅਰਿੰਗ ਲਾਈਨ 'ਚ ਜਾਣਾ ਚਾਹੁੰਦਾ ਹੈ। ਸਟੂਡੈਂਟ ਦਾ ਬੈਕਗ੍ਰਾਉਂਡ ਤਾਂ ਕਾਮਰਸ ਦਾ ਹੈ, ਸਟੂਡੈਂਟ ਦੀ ਲਾਈਨ ਤਾਂ ਦੂਜੀ ਸੀਗੀ, ਹੁਣ ਇੱਕਦਮ ਤੋਂ ਇੰਜੀਨੀਅਰਿੰਗ ਲਾਈਨ ਲੈਂਦਾ ਹੈ ਤਾਂ ਉਹਦੇ ਕਾਫੀ ਸਬਜੈਕਟਸ ਹੈ ਜਿਹਦੇ ਵਿੱਚ ਚੇਂਜਸ ਆ ਜਾਏਗਾ। ਨਾ ਉਹ ਤਾਂ ਕਾਮਰਸ ਜੋਗਾ ਰਿਹਾ, ਨਾ ਉਹ ਇੰਜੀਨੀਅਰਿੰਗ ਪ੍ਰੋਪਰਲੀ ਕਰ ਪਾਏਗਾ। ਮਤਲਬ ਉਸ ਤੋਂ ਬਾਅਦ ਉਹ ਕੀ ਕਰੇਗਾ, ਜੇ ਮੰਨ ਲਓ ਤੋਂ ਇੰਜੀਨੀਅਰਿੰਗ ਕੰਪਲੀਟ ਨਹੀਂ ਹੁੰਦੀ, ਕੱਲ ਨੂੰ ਪੀਆਰ ਵਾਸਤੇ ਜਾਂ ਦੁਬਾਰਾ ਵਾਪਸ ਇੰਡੀਆ ਵੀ ਆਂਦਾ ਤਾਂ ਉਹਦੇ ਕੋਲ ਕੋਈ ਕੋਰਸ ਦੀ ਆਪਸ਼ਨ ਹੀ ਨਹੀਂ ਰਹਿੰਦੀ ਹੈ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਦੇਖਣੀਆਂ ਪੈਂਦੀਆਂ ਕਿ ਸਟੂਡੈਂਟ ਦੀ ਰੈਲੇਵੈਂਸੀ ਰਹੇ, ਸਟੂਡੈਂਟਸ ਦੇ ਸਬਜੈਕਟਸ ਹੈ ਉਹਨਾਂ ਦੇ ਵਿੱਚ ਜ਼ਿਆਦਾ ਡਿਫਰੈਂਸ ਨਾ ਆਏ। ਜਿਹੜਾ ਹਾਰਟੀਕਲਚਰ ਐਗਰੀਕਲਚਰ ਪ੍ਰੋਗਰਾਮ ਦੇ ਆਪਾਂ ਗੱਲ ਕਰ ਰਹੇ ਹਾਂ, ਹੁਣ ਕਈ ਵਾਰੀ ਹੁੰਦਾ ਵੀ ਬੱਚੇ ਕੋਲ ਸਬਜੈਕਟ ਨਹੀਂ ਹੈ, +2 ਦੇ ਵਿੱਚ ਬੱਚੇ ਨੇ ਐਗਰੀਕਲਚਰ ਨਹੀਂ ਪੜ੍ਹਿਆ ਜਾਂ ਜਿਹੜਾ ਇੱਕ +2 ਕੀਤੀ ਉਸ ਤੋਂ ਬਾਅਦ 2-3 ਸਾਲ ਐਗਰੀਕਲਚਰ ਘਰ ਕੰਮ ਕੀਤਾ ਹੈ, ਉਹ ਜਿਹੜਾ ਐਕਸਪੀਰੀਅੰਸ ਹੈ ਉਹ ਵੀ ਕਿਤੇ ਉਹਦੇ ਲਈ ਪੋਜ਼ਿਟਿਵ ਰਹੇਗਾ ਜਾਂ ਉਹ ਬੱਚੇ ਨਹੀਂ ਅਪਲਾਈ ਕਰ ਪਾਉਣਗੇ? ਨਹੀਂ, ਜਿਹੜਾ ਐਕਸਪੀਰੀਅੰਸ ਹੈ, ਜੇ ਸਟੂਡੈਂਟ ਨੇ ਮੰਨ ਲਓ ਜੇ ਸਟੂਡੈਂਟ ਕੋਲ ਐਗਰੀਕਲਚਰ ਦਾ ਸਬਜੈਕਟ ਨਹੀਂ ਸੀਗਾ, ਉਹਨੇ ਬਚਪਨ ਤੋਂ ਐਗਰੀਕਲਚਰ ਦੇਖੀ ਹੈ ਸਿਰਫ ਔਰ +2 ਤੋਂ ਬਾਅਦ 2-3 ਸਾਲ ਉਹਦੇ ਕੋਲ ਥੋੜਾ ਜਿਹਾ ਐਕਸਪੀਰੀਅੰਸ ਹੈਗਾ ਤਾਂ ਉਹ ਸਟੂਡੈਂਟ ਨੂੰ ਜਿਹੜੀ ਅਵੇਅਰਨੈਸ ਹੈ, ਕਿਉਂਕਿ ਪ੍ਰੈਕਟੀਕਲ ਨੌਲੇਜ ਨਾਲ ਜ਼ਿਆਦਾ ਸਟੂਡੈਂਟਸ ਨੂੰ ਅਵੇਅਰਨੈਸ ਆਉਂਦੀ ਹੈ ਇੱਕ ਬੱਚੇ ਨੂੰ ਰਾਦਰ ਦੈਨ ਥਿਓਰੈਟੀਕਲ ਚੀਜ਼ਾਂ ਨਾਲ, ਕਿਉਂਕਿ ਥਿਓਰੈਟੀਕਲ ਅਸੀਂ ਸਿਰਫ ਪੜ੍ਹਦੇ ਹਾਂ +2 ਤੱਕ, BA ਤੱਕ, ਕਾਲਜਸ ਦੇ ਵਿੱਚ ਵੀ ਅਸੀਂ ਪ੍ਰੈਕਟੀਕਲ ਬਾਅਦ ਚੋਂ ਕਰਦੇ ਹਾਂ। ਜਦੋਂ ਅਸੀਂ ਪ੍ਰੈਕਟੀਕਲ ਵਰਕ ਕਰਦੇ ਹਾਂ ਉਹਦੇ ਵਿੱਚ ਕਾਫੀ ਡਿਫਰੈਂਸ ਹੁੰਦਾ ਹੈ। ਪ੍ਰੈਕਟੀਕਲ ਨੌਲੇਜ ਜਿਹੜਾ ਐਕਸਪੀਰੀਅੰਸ ਜਿਹੜਾ ਉਹ ਕਾਫੀ ਕਾਊਂਟ ਕਰਦੇ ਆ ਜੇ ਅਸੀਂ ਬਾਹਰ ਵੀ ਦੇਖੀਏ। ਸੋ ਇਹ ਚੀਜ਼ ਡਿਪੈਂਡ ਕਰਦੀ ਹੈ ਸਟੂਡੈਂਟ ਦੇ ਉੱਤੇ ਕਿ ਸਟੂਡੈਂਟ ਨੇ ਕਿਹੜੀ ਲਾਈਨ ਕੀਤੀ ਹੈ, ਕੀ ਕੀਤਾ ਹੈ। ਜੇ ਐਗਰੀਕਲਚਰ ਦਾ ਉਹਦੇ ਕੋਲ ਐਕਸਪੀਰੀਅੰਸ ਹੈਗਾ ਤਾਂ ਬਿਲਕੁਲ ਉਹ ਵੋਲਿਊਮ ਰੱਖਦਾ ਹੈ, ਔਰ ਜੇਕਰ ਸਟੂਡੈਂਟ ਕੋਲ ਕੋਰਸ ਨਹੀਂ ਹੈ, ਮੰਨ ਲਓ ਸਟੂਡੈਂਟ ਕਾਮਰਸ ਬੈਕਗ੍ਰਾਉਂਡ ਤੋਂ, ਤਾਂ ਉਹਦੇ ਮਾਰਕੀਟਿੰਗ ਦੇ ਵਿੱਚ ਅਸੀਂ ਸਬਜੈਕਟ ਵਾਈਜ਼ ਦੇਖਦੇ ਹਾਂ ਕਿ ਸਟੂਡੈਂਟ ਦੇ ਸਬਜੈਕਟ ਵਾਈਜ਼ ਕਿੰਨੀ ਪਰਸੈਂਟੇਜ ਹੈ, ਸਟੂਡੈਂਟ ਦਾ ਜਿਹੜਾ ਇੰਟਰਸਟ ਹੈ ਉਹ ਕਿਹੜੇ ਕੋਰਸ ਦੇ ਵਿੱਚ ਹੈ, ਕਿਹੜਾ ਸਬਜੈਕਟ ਦੇ ਵਿੱਚ ਉਹਦੇ ਅੱਛੀ ਪਰਸੈਂਟੇਜ ਹੈ, ਤਾਂ ਕਿ ਉਹਨੂੰ ਫਰਦਰ ਜਿਹੜਾ ਹੈਗਾ ਮੈਨੇਜਮੈਂਟ ਜਾਂ ਕੁਆਲਿਟੀ ਡਿਪਾਰਟਮੈਂਟ ਜਾਂ ਫਿਰ ਮਾਰਕੀਟਿੰਗ ਡਿਪਾਰਟਮੈਂਟ ਵਿੱਚੋਂ ਇੱਕ ਡਿਪਾਰਟਮੈਂਟ ਦੇ ਵਿੱਚ ਉਹਨੂੰ ਅਸੀਂ ਅੱਗੇ ਫਿੱਟ ਕਰ ਸਕੀਏ। ਏਰੀਆਜ਼ ਕਿਹੜੇ ਨੇ ਜਿੱਥੇ ਕੋਰਸਿਸ ਕਰਵਾਏ ਜਾ ਰਹੇ ਨੇ, ਸਿਟੀਜ਼ ਕਿਹੜੀਆਂ ਨੇ, ਤਾਂ ਕਿ ਬੱਚੇ ਨੂੰ ਪਤਾ ਲੱਗ ਸਕੇ ਵੀ ਉੱਥੇ ਉਹਨਾਂ ਨੂੰ ਰੈਲੇਵੈਂਟ ਜੌਬ ਵੀ ਮਿਲ ਪਾਏਗੀ ਕਿ ਨਹੀਂ? ਐਡੀਲੇਡ, ਬ੍ਰਿਸਬੇਨ ਔਰ ਪਰਥ ਹੈਗੇ ਜਿਹੜੇ ਕਿ ਏਰੀਆਜ਼ ਹੈਗੇ ਜਿਨ੍ਹਾਂ ਦੇ ਵਿੱਚ ਸਟੂਡੈਂਟਸ ਨੂੰ ਇਹ ਕੋਰਸਿਸ ਕਰਵਾਏ ਜਾਣੇ ਹੈ, ਕਿਉਂਕਿ ਬੇਸਿਕਲੀ ਰੂਰਲ ਏਰੀਆ ਹੀ ਹੈ ਜਿਹਦੇ ਵਿੱਚ ਸਟੂਡੈਂਟ ਨੂੰ ਐਗਰੀਕਲਚਰ ਤੋਂ ਰਿਲੇਟਡ ਹੀ ਜੌਬਸ ਵੀ ਮਿਲਣਗੀਆਂ। ਜੇਕਰ ਅਸੀਂ ਸਿਟੀਜ਼ ਦੀ ਗੱਲ ਕਰੀਏ, ਜੇਕਰ ਸਟੂਡੈਂਟ ਸੋਚਦਾ ਹੈ ਕਿ ਮੈਲਬਨ, ਸਿਡਨੀ ਉਹਨੂੰ ਮਿਲ ਜਾਣੇ ਕੋਰਸਿਸ ਤਾਂ ਉਹ ਮੁਸ਼ਕਿਲ ਹੈਗਾ, ਕਿਉਂਕਿ ਇਹਨਾਂ ਏਰੀਆਜ਼ ਦੇ ਵਿੱਚ ਕੋਰਸਿਸ ਦਾ ਕੋਈ ਸਕੋਪ ਨਹੀਂ ਹੈ, ਨਾ ਸਟੂਡੈਂਟਸ ਕੋਲ ਨਾ ਯੂਨੀਵਰਸਿਟੀਜ਼ ਕਾਲਜਸ ਕੋਲ ਇਹ ਕੋਰਸ ਹੈਗੇ। ਜੀ।
ਸੋ ਕੋਈ ਵੀ ਮਨ ਦੇ ਵਿੱਚ ਸਵਾਲ ਐਗਰੀਕਲਚਰ ਪ੍ਰੋਗਰਾਮ ਆਸਟ੍ਰੇਲੀਆ ਨੂੰ ਲੈ ਕੇ ਆ ਰਿਹਾ ਹੈ, ਤੁਸੀਂ ਓਵਰਆਲ 5 ਬੈਂਡ ਨੇ ਜਾਂ 5.5 ਬੈਂਡ ਨੇ, ਇੱਕ ਅਦੇ ਮੋਡਿਊਲ 'ਚੋਂ 4.5 ਵੀ ਨੇ, ਜਾਂ ਕਿਸੇ ਕੰਟਰੀ ਤੋਂ ਰਿਜੈਕਟ ਹੋ, ਐਗਰੀਕਲਚਰ ਪ੍ਰੋਗਰਾਮ ਦੇ ਵਿੱਚ ਜਾਣਾ ਚਾਹੁੰਦੇ ਹੋ, ਤਾਂ ਇਹਨਾਂ ਤੱਕ ਸਿੱਧਾ ਰਾਬਤਾ ਫੋਨ ਕਾਲ ਜ਼ਰੀਏ ਕਰਕੇ ਫ੍ਰੀ ਆਫ ਕਾਸਟ ਅਸੈਸਮੈਂਟ ਲੈ ਸਕਦੇ ਹੋ। ਕਾਉਂਸਲਿੰਗ ਫ੍ਰੀ ਆਫ ਕਾਸਟ ਦਿੱਤੀ ਜਾਏਗੀ, ਉਹਦੇ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹੋ ਇਹਨਾਂ ਦੇ ਨੰਬਰਾਂ ਤੇ ਕਾਲ ਕਰਕੇ, ਜਾਂ ਇਹਨਾਂ ਦੇ ਆਫਿਸ ਵਿਜ਼ਿਟ ਕਰਕੇ ਵੀ ਫ੍ਰੀ ਆਫ ਕਾਸਟ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਹੁਣ ਗੱਲ ਕਰਦੇ ਹਾਂ ਉਹਨਾਂ ਬੱਚਿਆਂ ਲਈ ਜਿਹੜੇ USA ਬਾਰੇ ਕੁਐਰੀਜ਼ ਕਰ ਰਹੇ ਨੇ, ਅਮਰੀਕਾ ਬਾਰੇ ਕੁਐਰੀਜ਼ ਕਰ ਰਹੇ ਨੇ, ਸਟੂਡੈਂਟ ਵੀਜ਼ਾ ਬਾਰੇ ਜਾਣਨਾ ਚਾਹੁੰਦੇ ਨੇ, ਕਿਉਂਕਿ ਐਡਵਰਟਾਈਜ਼ਮੈਂਟ ਅੱਜ ਕੱਲ੍ਹ ਹਰ ਕੋਈ USA ਦੀ ਕਰ ਰਿਹਾ। ਐਕਚੁਅਲ ਸਮਝ ਨਹੀਂ ਆ ਰਿਹਾ ਕਿਉਂਕਿ ਸਕਸੈਸ ਰੇਟ ਉਹਨਾਂ ਵਧੀਆ ਦੇਖਣ ਨੂੰ ਨਹੀਂ ਮਿਲ ਰਿਹਾ। ਇਹੀ ਲੱਗ ਰਿਹਾ ਵੀ ਸ਼ਾਇਦ ਏਜੰਟਸ ਪ੍ਰੋਪਰਲੀ ਬੱਚੇ ਨੂੰ ਸਮਝਾ ਨਹੀਂ ਪਾ ਰਹੇ। ਕੋਸ਼ਿਸ਼ ਕਰ ਰਹੇ ਹਾਂ ਅੱਜ USA ਨੂੰ ਡਿਸਕਸ ਕਰਨ ਦੀ, ਫਿਰ ਵੀ ਕੁਝ ਰਹਿ ਗਿਆ। ਤੁਸੀਂ ਭਾਰਤੀ ਐਜੂਕੇਸ਼ਨ ਨਾਲ ਸਿੱਧਾ ਰਾਬਤਾ ਕਰਕੇ ਵੀ ਇਹਨਾਂ ਤੋਂ ਜਿਹੜੀ ਇਨਫੋਰਮੇਸ਼ਨ ਹੈ ਉਹ ਲੈ ਸਕਦੇ ਹੋ। ਪੂਜਾ ਜੀ, USA ਬਹੁਤ ਵੱਡਾ ਨਾਮ, ਅਮਰੀਕਾ ਹਰ ਇੱਕ ਦਾ ਕ੍ਰੇਜ਼ ਹੈ, ਸੇਮ ਐਜ਼ ਅ ਕੈਨੇਡਾ, ਬਟ ਸਹੀ ਸਮਝ ਨਹੀਂ ਆ ਰਿਹਾ ਕਿਉਂਕਿ ਰਿਜੈਕਸ਼ਨ ਰੇਟ ਬਹੁਤ ਜ਼ਿਆਦਾ ਹੈ। ਕਿੱਥੇ ਗਲਤੀਆਂ ਹੋ ਰਹੀਆਂ? USA ਦੇ ਬਾਰੇ ਜ਼ਿਆਦਾ ਕੁਝ ਨਹੀਂ ਮੈਂ ਦੱਸਣਾ ਚਾਹਾਂਗੀ। ਜਿਹੜੇ ਸਟੂਡੈਂਟਸ USA ਅਪਲਾਈ ਕਰਦੇ ਆ ਉਹਨਾਂ ਨੂੰ ਪਤਾ ਹੀ ਹੁੰਦਾ ਹੈ ਕਿ USA ਦੇ ਵਿੱਚ ਉਹਨਾਂ ਨੂੰ ਇੰਟਰਵਿਊ ਫੇਸ ਕਰਨਾ ਹੀ ਪਏਗਾ। US ਐਮਬੈਸੀ ਇਜ਼ ਓਨਲੀ ਦ ਵਨ ਐਮਬੈਸੀ ਜਿਹੜੀ ਕਿ ਬਿਨਾਂ ਇੰਟਰਵਿਊ ਕੰਡਕਟ ਕੀਤੇ, ਚਾਹੇ ਸਟੂਡੈਂਟ ਜਾਂ ਐਪਲੀਕੈਂਟ ਕਿਸੇ ਵੀ ਵੀਜ਼ਾ ਸਬ ਕਲਾਸ ਦੇ ਵਿੱਚ ਅਪਲਾਈ ਕਰ ਰਿਹਾ, ਵਿਦਆਊਟ ਇੰਟਰਵਿਊ ਉਹ ਵੀਜ਼ਾ ਨਹੀਂ ਗ੍ਰਾਂਟ ਕਰਦੀ। ਜੇਕਰ ਸਟੂਡੈਂਟ ਨੇ ਐਜ਼ ਅ ਸਟੂਡੈਂਟ ਵੀ ਜੇ ਐਪਲੀਕੈਂਟ ਅਪਲਾਈ ਕਰ ਰਿਹਾ ਤਾਂ ਉਹਨੂੰ ਜਿਹੜਾ ਇੰਟਰਵਿਊ ਆ 100% ਹੈ ਕਿ ਉਹਦਾ ਇੰਟਰਵਿਊ ਉਹਨੇ ਫੇਸ ਕਰਨਾ ਹੀ ਕਰਨਾ। ਸੋ ਇਹਦੇ ਵਿੱਚ ਜਿਹੜੀ ਜ਼ਿਆਦਾ ਡਿਪੈਂਡ ਕਰਦਾ ਵੀਜ਼ਾ ਦੇ ਉੱਤੇ ਉਹ ਹੈ ਸਟੂਡੈਂਟ ਦੀ ਪ੍ਰੈਜ਼ੈਂਟੇਬਿਲਿਟੀ। ਸਟੂਡੈਂਟ ਕਿਸ ਤਰੀਕੇ ਨਾਲ ਪ੍ਰੈਜ਼ੈਂਟ ਹੋ ਰਿਹਾ ਵੀਜ਼ਾ ਆਫਿਸਰ ਦੇ ਸਾਹਮਣੇ, ਕਿਉਂਕਿ ਉਹਨਾਂ ਨੇ ਡੇ ਟੂ ਡੇ ਉਹਨਾਂ ਨੇ 100 to 100 ਸਟੂਡੈਂਟਸ ਨੂੰ ਵਿਜ਼ਿਟ ਦੇਖਣਾ ਹੁੰਦਾ ਹੈ, ਉਹਨਾਂ ਨੇ ਇੰਟਰਵਿਊ ਕੰਡਕਟ ਕਰਨਾ ਹੁੰਦਾ ਇਹਨੇ ਬੱਚਿਆਂ ਦਾ। ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜਾ ਜੈਨੂਇਨ ਐਪਲੀਕੈਂਟ ਹੈਗਾ ਕਿ ਨਹੀਂ। ਉਹ ਪਹਿਲੀ ਨਜ਼ਰ ਦੇ ਵਿੱਚ ਹੀ ਦੇਖ ਕੇ ਪਹਿਚਾਨ ਜਾਂਦੇ ਆ ਕਿ ਕਿਹੜਾ ਐਪਲੀਕੈਂਟ ਜੈਨੂਇਨ ਹੈ ਕਿਹੜਾ ਨਹੀਂ। ਸੋ ਇੱਥੇ ਬੇਸਿਕਲੀ ਇੱਕ ਜੈਨੂਇਨਟੀ ਜਿਹੜੀ ਹੈਗੀ ਹੈ ਸਟੂਡੈਂਟ ਦੀ ਉਹ ਹੋਣੀ ਬਹੁਤ ਜ਼ਰੂਰੀ ਹੈ, ਜਿਹੜੀ ਸਟੂਡੈਂਟ ਦੀ ਇੰਟੈਂਸ਼ਨ ਹੈ। ਕਿਉਂਕਿ ਜਦੋਂ ਸਟੂਡੈਂਟ ਆਉਂਦਾ ਨਾ ਕੰਸਲਟੈਂਟਸ ਦੇ ਕੋਲ ਤਾਂ ਉਹਦਾ ਜਿਹੜਾ ਉਹਨੂੰ ਕੰਟਰੀ ਤਾਂ ਪਤਾ ਹੁੰਦੀ ਹੈ ਕਿ ਮੈਂ ਕੰਟਰੀ ਜਾਣਾ, ਪਰ ਜਦ ਕੰਟਰੀ ਦਾ ABCD ਪੁੱਛੋ ਤਾਂ ਸਟੂਡੈਂਟ ਨੂੰ ਕੁਝ ਨਹੀਂ ਪਤਾ, ਕੋਰਸ ਦਾ ਕੁਝ ਨਹੀਂ ਪਤਾ। ਉਹਨੂੰ ਜਗ੍ਹਾ ਪਤਾ, ਮੇਰੇ ਰਿਲੇਟਿਵ ਨਿਊਯਾਰਕ ਹੈ, ਮੈਂ ਨਿਊਯਾਰਕ ਜਾਣਾ, ਮੇਰੇ ਰਿਲੇਟਿਵ ਕੈਲੀਫੋਰਨੀਆ, ਮੈਂ ਇੱਥੇ ਜਾਣਾ। ਪਰ ਸਟੂਡੈਂਟ ਨੂੰ ਅਵੇਅਰਨੈਸ ਕਾਲਜ ਕੋਰਸ ਇਹਨਾਂ ਚੀਜ਼ਾਂ ਦੀ ਨਹੀਂ ਹੁੰਦੀ, ਜਿਹੜਾ ਕਿ ਗਲਤ ਹੈ। ਇਹ ਚੀਜ਼ਾਂ ਬਿਲਕੁਲ ਧਿਆਨ ਦੇਣ ਯੋਗ ਨੇ। ਅੱਜ ਹੋ ਕੀ ਰਿਹਾ ਹੈ, ਬੱਚੇ ਨੂੰ ਉਹ ਸਮਝਾ ਰਹੇ ਨੇ ਜਿਨ੍ਹਾਂ ਨੂੰ ਖੁਦ ਅਮਰੀਕਾ ਬਾਰੇ ਨਹੀਂ ਪਤਾ, ਜਦਕਿ ਇੱਕ ਚੰਗਾ ਕੰਸਲਟੈਂਟ ਤੁਹਾਨੂੰ ਪ੍ਰੋਪਰਲੀ ਕੈਰੀਅਰ ਕਾਉਂਸਲਿੰਗ ਦੇ ਕੇ ਕੰਟਰੀ ਬਾਰੇ ਤਾਂ ਸਮਝਾਉਂਦਾ ਹੀ ਹੈ, ਤੁਹਾਡੇ ਕਾਲਜ ਬਾਰੇ ਵੀ ਸਮਝਾਉਂਦਾ ਹੈ, ਕੋਰਸਿਸ ਬਾਰੇ, ਫਿਊਚਰ ਬਾਰੇ ਵੀ ਪ੍ਰੋਪਰਲੀ ਜਿਹੜੀ ਗਾਈਡੈਂਸ ਉਹ ਦਿੱਤੀ ਜਾਂਦੀ ਹੈ। ਸੋ ਅਵੇਅਰਨੈਸ ਕਿ ਕੰਸਲਟੈਂਟ ਜ਼ਰੂਰ ਸਹੀ ਚੂਜ਼ ਕਰੋ ਤਾਂ ਕਿ ਇੱਕ ਸਹੀ ਨੌਲੇਜ ਤੁਹਾਡੇ ਤੱਕ ਪ੍ਰੋਵਾਈਡ ਹੋ ਸਕੇ। ਅੱਜ ਹੋ ਕੀ ਰਿਹਾ, I-20 ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਜਾ ਰਹੀ ਹੈ, ਜ਼ੋਰ ਸਾਰਾ ਹੀ I-20 ਦਾ ਲਾਇਆ ਜਾ ਰਿਹਾ ਵੀ 4, 5, 7 I-20 ਲਵਾ ਕੇ ਤਾਂ ਅਪਲਾਈ ਕੀਤਾ ਜਾਵੇ। ਕੀ ਇਹ ਜ਼ਰੂਰੀ ਹੈ ਜਾਂ ਸਿਰਫ ਰੈਪਿਊਟਡ ਯੂਨੀਵਰਸਿਟੀ ਤੋਂ ਰੈਲੇਵੈਂਟ ਜੇ ਇੱਕ I-20 ਵੀ ਹੋਵੇ ਤਾਂ ਵੀ ਵੀਜ਼ਾ ਮਿਲ ਜਾਂਦਾ ਹੈ? I-20 ਸਿਰਫ ਇੱਕ ਹੀ ਹੋਣੀ ਚਾਹੀਦੀ ਹੈ। ਫਾਈਲ ਦੇ ਵਿੱਚ 4-5 I-20 ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਨਹੀਂ ਹੈ। I-20 ਬੇਸਿਕਲੀ ਕੀ ਹੁੰਦਾ ਹੈ, ਸਟੂਡੈਂਟ ਦਾ ਡਾਟਾਬੇਸ ਜਿਹੜਾ ਕਿ US ਗਵਰਨਮੈਂਟ ਤੋਂ ਦੇ ਅੰਡਰ ਜਿਹੜਾ ਕਿ ਰਜਿਸਟਰਡ ਕਰਵਾ ਦਿੱਤਾ ਜਾਂਦਾ ਹੈ, ਜਿਹੜਾ ਕਾਲਜ ਕਰਾਂਦੀ ਹੈ। ਬੇਸਿਕਲੀ ਉਹ ਸਟੂਡੈਂਟ ਦਾ ਡਾਟਾਬੇਸ ਹੈ, ਸਟੂਡੈਂਟ ਦੀ ਇਨਫੋਰਮੇਸ਼ਨ। ਸੇਮ ਐਜ਼ ਆਫਰ ਲੈਟਰ ਹੋ ਗਏ ਜਿਵੇਂ ਗੱਲ ਕਰੀਏ? ਨਹੀਂ, ਸੇਮ ਐਜ਼ ਅ COE ਕਹਿ ਸਕਦੇ ਆਪਾਂ। ਆਫਰ ਲੈਟਰ ਤਾਂ ਅਲੱਗ ਹੁੰਦੀ ਹੈ। I-20 ਬੇਸਿਕਲੀ COE ਦੀ ਤਰ੍ਹਾਂ ਹੈ, ਜਿਹਦੇ ਵਿੱਚ ਪੂਰੀ ਇੱਕ ਇਨਫੋਰਮੇਸ਼ਨ ਹੈ ਸਟੂਡੈਂਟ ਤੋਂ ਰਿਲੇਟਡ, ਜਿਹੜੀ ਕਿ ਕਾਲਜ ਤੋਂ ਰਿਲੀਜ਼ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜਾ ਮੈਨੂੰ ਦੇਖਣ ਨੂੰ ਆਇਆ, ਜਿਹੜੀ ਚੀਜ਼ਾਂ ਮੇਰੇ ਖਿਆਲ ਨਾਲ ਕੋਈ ਹੋਰ ਕੰਸਲਟੈਂਟ ਨਹੀਂ ਦੱਸਦਾ, ਬੇਸਿਕਲੀ ਸਰਵਿਸ ਨੰਬਰ ਹੁੰਦਾ ਹੈ। ਸਰਵਿਸ ਜਿਹੜਾ ਹੈ ਉਹ ਸਟੂਡੈਂਟ ਨੂੰ ਰਿਕੁਆਇਰਡ ਹੁੰਦਾ ਹੈ, ਜਿਹਦੀ ਕਿ ਵੈਲਿਡਿਟੀ 3 ਡੇਜ਼ ਦੀ ਹੁੰਦੀ ਹੈ। ਉਹ ਵੀ ਮੈਨੂੰ ਲੱਗਦਾ ਹੈ ਕਿ ਕੰਸਲਟੈਂਟ ਜਿਹੜੇ ਹੈਗੇ ਸਟੂਡੈਂਟ ਨੂੰ ਨਹੀਂ ਦੱਸਦੇ, I-20 ਲੈ ਲੈਂਦੇ ਆ, ਉਹਦੇ ਨਾਲ ਫਾਈਲ ਲਾਂਚ ਕਰ ਦਿੱਤੀ ਜਾਂਦੀ ਹੈ, ਜਦਕਿ ਸਰਵਿਸ ਨੰਬਰ ਨਹੀਂ ਲਿੱਤਾ ਜਾਂਦਾ। ਬਟ ਸਰਵਿਸ ਨੰਬਰ ਦੇ ਬਿਨਾਂ ਜੇ ਤੁਸੀਂ ਫਾਈਲ ਲਾਂਚ ਕਰਦੇ ਹੋ ਤਾਂ ਤੁਹਾਡਾ ਵੀਜ਼ਾ ਗ੍ਰਾਂਟ ਨਹੀਂ ਹੋਣਾ। ਸਰਵਿਸ ਦੀ ਜਿਹੜੀ ਵੈਲਿਡਿਟੀ ਹੈ, ਜਿੱਦਾਂ I-20 ਹੈ 120 ਡੇਜ਼ ਵਾਸਤੇ ਵੈਲਿਡ ਹੁੰਦੀ ਹੈ। ਜਿਹੜਾ ਸਰਵਿਸ ਨੰਬਰ ਹੈ ਉਹ ਜਿਹੜਾ ਡਾਕੂਮੈਂਟੇਸ਼ਨ ਹੈ ਉਹ ਤੁਹਾਡਾ ਸਿਰਫ 3 ਡੇਜ਼ ਦੀ ਵੈਲਿਡਿਟੀ ਰੱਖਦਾ ਹੈ। ਸੋ ਬਿਫੋਰ ਜਿਹੜੀ ਤੁਹਾਡੀ ਫਾਈਲ ਨੂੰ ਲਾਂਚ ਕਰਨ ਤੋਂ 2 ਜਾਂ 3 ਦਿਨ ਪਹਿਲਾਂ ਹੀ ਅਸੀਂ ਤੁਹਾਡਾ ਸਰਵਿਸ ਨੰਬਰ ਰਿਲੀਜ਼ ਕਰਵਾਉਂਦੇ ਹਾਂ ਜੀ। ਸੋ ਕਾਫੀ ਟੈਕਨੀਕਲ ਚੀਜ਼ਾਂ ਨੇ ਜਿਨ੍ਹਾਂ ਨੂੰ ਸਮਝਣਾ ਪੈਂਦਾ ਹੈ। ਅੱਜ ਇਹਦੇ ਗੱਲ ਕਰੀਏ, ਰੈਲੇਵੈਂਸੀ ਨੂੰ ਨਾ ਦੇਖ ਕੇ ਸਿਰਫ ਹਾਈਲਾਈਟ ਕੀਤਾ ਜਾ ਰਿਹਾ ਵਿਦਆਊਟ IELTS USA ਚੱਲੋ, ਵਿਦਆਊਟ TOEFL USA ਚੱਲੋ, ਇਹ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਹੋ?
ਵਿਦਆਊਟ ਆਇਲਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜਾ ਕਿ ਸਟੂਡੈਂਟ ਨੇ ਦੇਖਣੀਆਂ ਹੁੰਦੀਆਂ ਜਾਂ ਕੰਸਲਟੈਂਟ ਦੇਖਦਾ ਹੈ, ਜਿੱਦਾਂ ਕਿ ਸਟੂਡੈਂਟ ਦੀ ਪਰਸੈਂਟੇਜ ਹੋਗੀ। ਵਿਦਆਊਟ ਆਇਲਸ ਯੂਐਸਏ ਬਿਲਕੁਲ ਸਟੂਡੈਂਟ ਜਾ ਸਕਦਾ ਹੈ, ਜੀਆਰਈ ਮੈਟ ਟਫਲ ਆਇਲਸ ਦੀ ਰਿਕੁਆਇਰਮੈਂਟ ਨਹੀਂ ਹੈ। ਬਟ ਬੇਸਿਕਲੀ ਸਟੂਡੈਂਟ ਜਿਹੜਾ ਹੈਗਾ ਉਹ ਜੈਨੂਇਨ ਹੋਣਾ ਚਾਹੀਦਾ ਹੈ, ਸਟੂਡੈਂਟ ਦੇ ਡਾਕੂਮੈਂਟੇਸ਼ਨ ਪ੍ਰੋਪਰ ਹੋਣੇ ਚਾਹੀਦੇ ਹੈ। ਜਿੱਦਾਂ ਕਿ ਡਾਕੂਮੈਂਟੇਸ਼ਨ ਦੇ ਵਿੱਚ ਸਟੂਡੈਂਟ ਦੇ ਸਾਨੂੰ ਜਿਹੜੀ ਰਿਕੁਆਇਰਮੈਂਟ ਹੈ ਉਹ ਹੈ ਪਾਸਪੋਰਟ 10th +2, ਉਸ ਤੋਂ ਬਾਅਦ ਸਟੂਡੈਂਟ ਦੀ ਜਿਹੜੀ ਟ੍ਰਾਂਸਲੇਸ਼ਨ ਟ੍ਰਾਂਸਕ੍ਰਿਪਟਸ ਹੈ ਉਹ ਸਾਨੂੰ ਚਾਹੀਦੀਆਂ ਹੁੰਦੀਆਂ। ਈਚ ਜਿਹੜਾ ਵੀ ਉਹਦਾ ਅਕੈਡਮਿਕ ਕੁਆਲੀਫਿਕੇਸ਼ਨ ਡਾਕੂਮੈਂਟੇਸ਼ਨ ਹੈ ਉਹਦੀ ਉਹ ਟ੍ਰਾਂਸਲੇਸ਼ਨ ਔਰ ਟ੍ਰਾਂਸਕ੍ਰਿਪਟ ਕਰਵਾ ਕੇ ਦੇਗਾ। ਇਸ ਤੋਂ ਇਲਾਵਾ ਜਿਹੜੇ 2 ਬੋਨਾਫਾਈਡ ਚਾਹੀਦੇ ਹੁੰਦੇ ਆ ਸਟੂਡੈਂਟ ਦੇ ਜਿਹੜੇ ਕਿ ਰਿਕੁਆਇਰਡ ਹੈ, ਉਹ ਕਿਨੇ ਵੀ 2 ਇੰਸਟੀਚਿਊਟ ਤੋਂ ਕਰਾ ਕੇ ਸਾਨੂੰ ਆਪਣੇ ਬੋਨਾਫਾਈਡ ਜਿਹੜੇ ਸਰਟੀਫਿਕੇਟ ਹੈ ਉਹ ਇਸ਼ੂ ਕਰਵਾ ਕੇ ਦੇ ਸਕਦਾ ਹੈ। ਉਸ ਤੋਂ ਬਾਅਦ ਸਟੂਡੈਂਟ ਦੀ ਆਫਰ ਲੈਟਰ ਲੱਗਦੀ ਹੈ, ਫਾਈਲ I-20 ਲੱਗਦੀ ਹੈ, I-20 ਤੋਂ ਬਾਅਦ ਸਰਵਿਸ ਨੰਬਰ ਐਂਡ ਦੈਨ ਸਟੂਡੈਂਟ ਦਾ ਜਿਹੜਾ ਫੈਮਿਲੀ ਡਿਟੇਲ ਹੈ, ਫੰਡਸ ਫਾਈਨੈਂਸ਼ੀਅਲ ਵਗੈਰਾ ਇਹ ਸਟੂਡੈਂਟ ਦੇ ਲੱਗ ਕੇ ਫਾਈਲ ਜਿਹੜੀ ਹੈ ਪ੍ਰੋਪਰ ਪ੍ਰਿਪੇਅਰ ਕਰਕੇ ਐਮਬੈਸੀ ਲੌਂਚ ਕੀਤੀ ਜਾਂਦੀ ਹੈ। ਜੀ, ਜਿਹੜੇ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਵੀ ਸਾਰਾ ਵੀਜ਼ਾ ਇੰਟਰਵਿਊ ਬੇਸਡ ਹੈ, ਹੁਣ ਇੰਟਰਵਿਊ ਨੂੰ ਇੰਨਾ ਖਾਊਗਾ ਬਣਾ ਦਿੱਤਾ ਗਿਆ, ਤਿਆਰੀ ਕਰਾਉਣ ਦੇ ਵੀ ਪੈਸੇ ਲਏ ਜਾ ਰਹੇ ਨੇ, ਜੇ ਬਿਨਾਂ ਦੇਖੇ ਅਪਲਾਈ ਤਾਂ ਕੀਤਾ ਜਾ ਰਿਹਾ, ਰਿਜੈਕਟ ਹੋ ਜਾਂਦਾ, ਸਾਰਾ ਕੁਝ ਇੰਟਰਵਿਊ ਤੋਂ ਛੱਡ ਦਿੱਤਾ ਜਾਂਦਾ। ਠੀਕ ਹੈ ਅਪਲਾਈ ਕਰ ਲਓ, ਜੇ ਰਿਜੈਕਟ ਹੋ ਗਏ ਨਹੀਂ ਜੇ ਤੁਸੀਂ ਇੰਟਰਵਿਊ ਠੀਕ ਨਹੀਂ ਦਿੱਤੀ। ਇਹ ਚੀਜ਼ਾਂ ਪ੍ਰੋਪਰਲੀ ਬੱਚੇ ਨੂੰ ਸਮਝਾਈਆਂ ਨਹੀਂ ਜਾ ਰਹੀਆਂ ਵੀ ਅਪਲਾਈ ਕਿਹਦਾ ਹੋਏਗਾ, ਕਿਹਨੂੰ ਹੈ ਜਿਹੜਾ ਪ੍ਰੋਫਾਈਲ ਜਿਹਨੂੰ ਵੀਜ਼ਾ ਮਿਲ ਸਕਦਾ। ਇੱਕ ਪ੍ਰੋਫਾਈਲ ਸਮਝਣ ਦੀ ਕੋਸ਼ਿਸ਼ ਕਰੀਏ, ਚਾਹੇ ਨੰਬਰ ਲੈ ਕੇ ਪਰਸੈਂਟੇਜ, ਗ੍ਰੇਡਸ ਜਾਂ ਗੈਪ, ਹਰ ਚੀਜ਼ ਦੀ ਗੱਲ ਕਰੀਏ, ਕਿਹੜੀ ਪ੍ਰੋਫਾਈਲ ਚਾਹੀਦੀ ਹੈ ਯੂਐਸਏ ਦੇ ਵੀਜ਼ਾ ਲਈ? ਯੂਐਸਏ ਵਾਸਤੇ ਬੇਸਿਕਲੀ ਜਿਹੜੇ ਡਾਕੂਮੈਂਟੇਸ਼ਨ ਹੈ ਉਹ ਜਿੱਦਾਂ ਮੈਂ ਤੁਹਾਨੂੰ ਸੀਕੁਐਂਸ 'ਚ ਦੱਸਿਆ, ਵਿਦਆਊਟ ਜਿਹੜੀ ਸੀਕੁਐਂਸੀ ਹੈ ਉਹ ਤੁਹਾਨੂੰ ਜਿਹੜੇ ਡਾਕੂਮੈਂਟੇਸ਼ਨ 'ਚ ਤੁਸੀਂ ਇਦਾਂ ਹੀ ਲਗਾ ਦਿੰਦੇ ਹੋ ਉਹਦੇ ਵਿੱਚ ਤੁਹਾਨੂੰ ਵੀਜ਼ਾ ਨਹੀਂ ਮਿਲੇਗਾ। ਵਿਦਆਊਟ I-20 ਸਿਰਫ ਇੱਕ ਹੀ ਚਾਹੀਦੀ ਹੈ, 3-4 I-20 ਲੈਣ ਦੀ ਤੁਹਾਨੂੰ ਲੋੜ ਨਹੀਂ ਹੈ। ਉਹ ਵੀ ਕਿਸੇ ਵੀ ਕਾਲਜ ਤੋਂ ਜਾਂ ਰਿਪਿਊਟਡ ਕਾਲਜ ਜਾਂ ਯੂਨੀਵਰਸਿਟੀ, ਜਿਹੜਾ ਵੀ ਕਾਲਜ ਤੁਸੀਂ ਚੂਜ਼ ਕਰ ਰਹੇ ਹੋ ਉਹ SCVP ਦੇ ਅੰਡਰ ਹੋਣਾ ਚਾਹੀਦਾ ਹੈ। ਜਿੱਦਾਂ ਕਿ ਆਸਟ੍ਰੇਲੀਆ ਦੇ ਵਿੱਚ SVP ਪ੍ਰੋਗਰਾਮ ਨੂੰ ਅਸੀਂ ਪ੍ਰਮੋਟ ਕਰਦੇ ਹਾਂ, ਉਦਾਂ ਹੀ ਜਿਹੜਾ ਯੂਐਸਏ ਆ ਉਹਦੇ ਵਿੱਚ SCVP ਪ੍ਰੋਗਰਾਮ ਦੇ ਅੰਡਰ ਹੀ ਉਹ ਕਾਲਜ ਰਜਿਸਟਰਡ ਹੋਣਾ ਚਾਹੀਦਾ ਹੈ। ਉਸ ਕਾਲਜ ਤੋਂ ਹੀ ਸਟੂਡੈਂਟ ਆਪਣੀ ਜਿਹੜੀ ਫਾਈਲ ਲੌਂਚ ਕਰੇ। ਤੇ ਇਸ ਤੋਂ ਬਾਅਦ ਕੀ ਸਟੈਪ ਬਾय ਸਟੈਪ ਰਹੇਗਾ, ਕੀ ਪ੍ਰੋਫਾਈਲ ਗੈਪ ਨੂੰ ਲੈ ਕੇ ਮਾਰਕਸ ਪਰਸੈਂਟੇਜ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਹੈ? ਜਿੱਦਾਂ ਕਿ ਮਾਰਕਸ ਪਰਸੈਂਟੇਜ ਜਿਹੜਾ ਹੈਗਾ US ਵਾਸਤੇ ਘੱਟੋ ਘੱਟ 50-55% ਜਿਹੜਾ ਮਿਨੀਮਮ ਪਰਸੈਂਟੇਜ ਰੇਸ਼ੋ ਹੈ ਇਹ ਚਾਹੀਦਾ ਹੀ ਚਾਹੀਦਾ ਸਾਨੂੰ। ਇਸ ਤੋਂ ਅਬਵ ਜੇ ਸਟੂਡੈਂਟ ਦੀ ਹੈਗੀ ਹੈ, ਸਟੂਡੈਂਟ ਜੈਨੂਇਨ ਹੋਣਾ ਚਾਹੀਦਾ ਹੈ, ਸਟੂਡੈਂਟ ਦੇ ਡਾਕੂਮੈਂਟੇਸ਼ਨ ਪ੍ਰੋਪਰ ਹੋਣੇ ਚਾਹੀਦੇ ਹੈ, ਟ੍ਰਾਂਸਲੇਸ਼ਨ ਟ੍ਰਾਂਸਕ੍ਰਿਪਟਸ ਪ੍ਰੋਪਰ ਕਰਵਾ ਕੇ ਦੇਗਾ, ਆਪਣੇ ਕਾਲਜ ਤੋਂ ਅਟੈਸਟ ਕਰਵਾ ਕੇ ਦੇਗਾ। ਹਰ ਡਾਕੂਮੈਂਟ ਜਿਹੜਾ ਹੈਗਾ ਉਹ ਅਟੈਸਟੇਸ਼ਨ ਤੋਂ ਬਿਨਾਂ ਨਹੀਂ ਲੌਂਚ ਕਰਾਂਗੇ ਅਸੀਂ ਫਾਈਲ ਨੂੰ। I-20 ਹੈ ਉਹ ਇੱਕ ਹੀ ਕਾਲਜ ਦੀ ਰਿਕੁਆਇਰਡ ਹੈ, 3-4 I-20 ਲੈ ਕੇ ਤੁਸੀਂ ਆਪਣੇ ਪ੍ਰੋਫਾਈਲ ਨੂੰ ਨੈਗੇਟਿਵ ਕਰ ਰਹੇ ਹੋ ਵੀ ਤੁਸੀਂ ਉਸ ਕਾਲਜ ਤੇ ਵੀ ਰਜਿਸਟਰਡ ਕਰਾ ਲਿਆ, ਇਸ ਤੇ ਵੀ। ਇਹ ਕੋਈ ਮੱਛੀ ਮਾਰਕੀਟ ਨਹੀਂ ਕਿ ਤੁਸੀਂ 4-5 ਕਾਲਜ ਤੋਂ I-20 ਲੈ ਲਈ ਔਰ ਉਸ ਤੋਂ ਬਾਅਦ ਵੀਜ਼ਾ ਆਉਣ ਤੋਂ ਬਾਅਦ ਤੁਸੀਂ ਦੇਖੋਗੇ ਵੀ ਤੁਸੀਂ ਕਿਹੜੇ ਕਾਲਜ ਆਣਾ। I-20 ਤੁਹਾਨੂੰ ਇੱਕ ਹੀ ਚਾਹੀਦੀ ਹੈ। ਉਸ ਤੋਂ ਬਾਅਦ ਸਰਵਿਸ ਨੰਬਰ ਇਹ ਜ਼ਰੂਰ ਹੋਣਾ ਚਾਹੀਦਾ ਤੁਹਾਡੀ ਫਾਈਲ ਦੇ ਵਿੱਚ, ਵੀਜ਼ਾ ਤਦ ਹੀ ਮਿਲੇਗਾ। ਇੰਟਰਵਿਊ ਜਿਹੜਾ ਹੈਗਾ ਉਹ ਇੱਕ ਪਾਰਟ ਹੈ ਵੀਜ਼ਾ ਵਾਸਤੇ, ਕਿਉਂਕਿ ਉਹਦੇ ਵਿੱਚ ਬੇਸਿਕਲੀ ਤੁਹਾਡੀ ਫਾਈਲ ਦੀ ਪ੍ਰੈਜ਼ੈਂਟੇਬਿਲਿਟੀ ਦੇਖੀ ਜਾਏਗੀ। ਫਾਈਲ ਨੂੰ ਤਦ ਹੀ ਓਪਨ ਕਰਨਗੇ ਜੇ ਤੁਸੀਂ ਖੁਦ ਅੱਛੇ ਤਰੀਕੇ ਨਾਲ ਪ੍ਰੈਜ਼ੈਂਟ ਹੋ ਰਹੇ ਹੋ, ਉਹਨਾਂ ਨੂੰ ਤੁਸੀਂ ਲੱਗਦਾ ਹੈ ਕਿ ਤੁਸੀਂ ਜੈਨੂਇਨ ਐਪਲੀਕੈਂਟ ਹੈਗੇ ਹੋ। ਜੇਕਰ ਤੁਸੀਂ ਹੀ ਜੈਨੂਇਨਟੀ ਨਹੀਂ ਸ਼ੋ ਕਰ ਰਹੇ ਤਾਂ ਫਾਈਲ ਨੂੰ ਤੁਹਾਡੀ ਉਹ ਖੋਲਣਗੇ ਵੀ ਨਹੀਂ। 2-3 ਮਿੰਟ ਦੇ ਇੰਟਰਵਿਊ ਦੇ ਵਿੱਚ ਸਾਰਾ ਕੁਝ ਡਿਸਾਈਡ ਹੋ ਜਾਂਦਾ ਅਪਰੋਕਸੀਮੇਟਲੀ। ਉਹ ਇੰਟਰਵਿਊ ਕੀ ਹੁੰਦੀ ਹੈ, ਕੀ ਪੁੱਛਿਆ ਜਾਂਦਾ ਉਹਦੇ ਵਿੱਚ? ਬੇਸਿਕਲੀ ਉਹਦੇ ਵਿੱਚ ਸਟੂਡੈਂਟ ਦੀ ਫਾਈਲ ਤੋਂ ਹੀ ਰਿਲੇਟਡ ਕੁਝ ਨਾ ਕੁਝ ਐਦਾਂ ਦਾ ਕੁਐਸਚਨ ਹੁੰਦਾ ਹੈ ਜਿਹੜਾ ਕਿ ਫਾਈਲ ਤੋਂ ਰਿਲੇਟਡ ਹੀ ਹੈ, ਬਟ ਸਟੂਡੈਂਟ ਕਨਫਿਊਜ਼ ਹੋ ਜਾਂਦਾ ਹੈ, ਕਈ ਵਾਰ ਆਨਸਰ ਨਹੀਂ ਦੇ ਪਾਉਂਦਾ। ਫਾਈਨੈਂਸ਼ੀਅਲ ਮੰਨ ਲਓ ਉਹਨਾਂ ਨੇ ਪੁੱਛ ਲਿਆ ਤੁਹਾਨੂੰ ਕੌਣ ਸਪਾਂਸਰ ਕਰ ਰਿਹਾ ਹੈ, ਕਿੰਨੇ ਦੀ FDs ਹੈਗੀ ਹੈ ਔਰ ਕੀ ਉਹਨਾਂ ਦਾ ਇਨਕਮ ਪ੍ਰੂਫ ਹੈਗਾ, ਸਟੂਡੈਂਟ ਨੂੰ ਅਵੇਅਰ ਹੀ ਨਹੀਂ ਹੈ, ਸਟੂਡੈਂਟ ਨੂੰ ਪਤਾ ਹੀ ਨਹੀਂ ਹੈ, ਸਟੂਡੈਂਟ ਕਨਫਿਊਜ਼ ਹੋ ਜਾਂਦਾ ਹੈ। ਸੋ ਬਹੁਤ ਸਾਰੀਆਂ ਟੈਕਨੀਕਲ ਇਦਾਂ ਦੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਸਟੂਡੈਂਟ ਨੂੰ ਇੰਟਰਵਿਊ ਦੇ ਵਿੱਚ ਜਿਹੜੀ ਕੁਐਸਚਨਸ ਹੈ ਉਹ ਫਾਈਲ ਤੋਂ ਰਿਲੇਟਡ ਹੁੰਦੇ ਆ, ਫਾਈਲ ਤੋਂ ਬਾਹਰ ਨਹੀਂ ਹੈਗਾ। ਉਹ ਤੁਹਾਨੂੰ US ਬਾਰੇ ਕੁਝ ਨਹੀਂ ਪੁੱਛਣਗੇ, ਉਹ ਤੁਹਾਨੂੰ ਤੁਹਾਡੀ ਫਾਈਲ ਤੋਂ ਰਿਲੇਟਡ ਕੁਐਸਚਨਸ ਕਰਨਗੇ, ਤੁਹਾਡੇ ਕੋਰਸ ਤੋਂ ਰਿਲੇਟਡ ਕੁਐਸਚਨ ਕਰਨਗੇ, ਤੁਹਾਡੇ ਕਾਲਜ ਤੋਂ ਰਿਲੇਟਡ ਕੁਐਸਚਨ ਕਰਨਗੇ। ਇਸ ਤੋਂ ਇਲਾਵਾ ਕੁਐਸਚਨਿੰਗ ਕੁਝ ਨਹੀਂ ਹੁੰਦੀ, ਬਟ ਸਟਿਲ ਬੱਚੇ ਜਿਹੜੇ ਹੈਗੇ ਕਨਫਿਊਜ਼ ਹੋ ਜਾਂਦੇ ਆ। ਐਜੂਕੇਸ਼ਨ ਲੋਨ ਲੈਣਾ ਜ਼ਰੂਰੀ ਹੈ ਜਾਂ ਚੁਆਇਸ ਰਹੇਗੀ ਬੱਚੇ ਦੀ?
ਇਹ ਸਟੂਡੈਂਟ ਦੀ ਚੁਆਇਸ ਹੁੰਦੀ ਹੈ ਹਮੇਸ਼ਾ। ਜੇਕਰ ਸਟੂਡੈਂਟ ਕੋਲ ਇੰਨਾ ਸਟੂਡੈਂਟ ਦੇ ਪੇਰੈਂਟਸ ਕੋਲ ਇੰਨਾ ਪੈਸਾ ਹੈਗਾ ਕਿ ਉਹਨਾਂ ਨੂੰ ਐਜੂਕੇਸ਼ਨ ਲੋਨ ਦੀ ਰਿਕੁਆਇਰਮੈਂਟ ਨਹੀਂ ਹੈ, ਤਾਂ ਇਹਦੇ ਵਿੱਚ ਕੋਈ ਇਦਾਂ ਦਾ ਜਿਹੜਾ ਕੰਪਲਸ਼ਨ ਨਹੀਂ ਹੈ ਕਿ ਸਟੂਡੈਂਟ ਐਜੂਕੇਸ਼ਨ ਲੋਨ ਲੈ ਕੇ ਹੀ ਵੀਜ਼ਾ ਲੈ ਸਕਦਾ ਹੈ। ਐਜੂਕੇਸ਼ਨ ਲੋਨ ਜੇ ਸਟੂਡੈਂਟ ਲੈਂਦਾ ਹੈ ਤਾਂ ਇਹ ਸਟੂਡੈਂਟ ਦੀ ਆਪ ਦੀ ਰਿਕੁਆਇਰਮੈਂਟ ਹੈਗੀ ਹੈ, ਉਹਨਾਂ ਵੱਲੋਂ ਕੋਈ ਇਹ ਨਹੀਂ ਹੈ ਮਿਲਟਰੀ ਵੀ ਲੈਣਾ ਹੀ ਪਏਗਾ। ਬਿਲਕੁਲ। ਸੋ ਕਾਫੀ ਐਸੀਆਂ ਗੱਲਾਂ ਸ਼ੇਅਰ ਹੋਈਆਂ ਨੇ ਅੱਜ USA ਬਾਰੇ ਜਿਹੜੀਆਂ ਕਾਫੀ ਜ਼ਿਆਦਾ ਪਲੇਟਫਾਰਮਸ ਤੇ ਨਹੀਂ ਸ਼ੇਅਰ ਕੀਤੀਆਂ ਜਾਂਦੀਆਂ। ਤੁਸੀਂ ਪ੍ਰੋਪਰਲੀ ਬਰੀਫ ਦੇ ਵਿੱਚ ਨੌਲੇਜ ਆਉਂਦੇ ਹੋ ਤਾਂ ਭਾਰਤੀ ਐਜੂਕੇਸ਼ਨ ਤੱਕ ਰਾਬਤਾ ਕਾਇਮ ਕਰ ਸਕਦੇ ਹੋ, ਕਿਉਂਕਿ ਸਾਡੇ ਲਈ ਸਮੇਂ ਦੀ ਬਾਉਂਡੇਸ਼ਨ ਰਹਿੰਦੀ ਹੈ ਜਿਹਦੇ ਵਿੱਚ ਰਹਿ ਕੇ ਸ਼ੋਅ ਨੂੰ ਚਲਾਉਣਾ ਪੈਂਦਾ। ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰਕੇ ਜਾਂ ਨੰਬਰਾਂ ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ। ਸਾਨੂੰ ਡਿਸਕਸ਼ਨ ਇੱਥੇ ਰੋਕਣੀ ਪੈਣੀ ਹੈ ਕਿਉਂਕਿ ਸਮਾਂ ਜਿਹੜਾ ਆਲਮੋਸਟ ਪੂਰਾ ਹੋ ਚੁੱਕਾ ਹੈ ਸ਼ੋਅ ਦਾ, ਤੇ ਸਟੂਡੀਓ ਦੀ ਘੜੀਆਂ ਬਾਰ-ਬਾਰ ਇਸ਼ਾਰਾ ਕਰ ਰਹੀਆਂ ਨੇ ਇਹਨੂੰ ਵਾਈਂਡ ਅਪ ਕਰਨ ਦਾ। ਸੋ ਉਸ ਤੋਂ ਪਹਿਲਾਂ ਤੁਹਾਡੇ ਲਈ ਮੈਂ ਇੱਕ ਵਾਰੀ ਜ਼ਰੂਰ ਦੱਸ ਦਵਾਂ, USA ਜਾਣਾ ਪੋਸੀਬਲ ਹੈ ਉਹਨਾਂ ਪ੍ਰੋਫਾਈਲਸ ਲਈ ਜਿਹੜੇ ਜੈਨੂਇਨ ਨੇ ਤੇ ਜੈਨੂਇਨ ਕੰਸਲਟੈਂਟ ਦੁਆਰਾ ਨੌਲੇਜ ਲੈ ਕੇ ਅਪਲਾਈ ਕਰ ਰਹੇ ਨੇ। ਭਾਰਤੀ ਐਜੂਕੇਸ਼ਨ ਦੁਆਰਾ ਕੋਈ ਵੀ ਇਸ ਡਿਸਕਸ਼ਨ ਦੇ ਵਿੱਚ ਉਹ ਚੀਜ਼ ਤੁਹਾਨੂੰ ਸਮਝ ਨਹੀਂ ਆਈ, ਉਹਨਾਂ ਦੇ ਨੰਬਰਾਂ ਤੇ ਕਾਲ ਕਰਕੇ ਪ੍ਰੋਪਰਲੀ ਪੁੱਛੀ ਜਾ ਸਕਦੀ ਹੈ। ਸੋ ਪੂਜਾ ਜੀ, ਅੱਜ ਦੇ ਸ਼ੋਅ ਦੇ ਵਿੱਚ ਆਉਣ ਲਈ ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਧੰਨਵਾਦ ਸਾਰੇ ਹੀ ਦਰਸ਼ਕਾਂ ਦਾ, ਜਿਹੜੇ ਸਟੂਡੈਂਟ ਸਾਨੂੰ ਪਿਆਰ ਬਖਸ਼ਦੇ ਨੇ ਉਹਨਾਂ ਦਾ, ਤੇ ਖਾਸ ਕਰ ਟੈਕਨੀਕਲ ਟੀਮ ਦਾ ਜਿਨ੍ਹਾਂ ਸਦਕਾ ਸ਼ੋਅ ਤੁਹਾਡੇ ਤੱਕ ਪਹੁੰਚ ਰਿਹਾ। ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਆਪਣੇ ਦੋਸਤਾਂ ਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।